ਕਿਤੇ ਤੁਸੀਂ 6 ਜਣੇ ਰਹਿ ਰਹੇ ਸੀ, 200 ਦੀ ਗਰੋਸਰੀ ਲੈ ਕੇ ਆਉਣੀ, ਮਿਨੀਮਮ ਵੀਕ ਚੱਲਦੀ ਸੀ। ਜਿੱਦਾਂ ਆਪਣਾ ਜਿਵੇਂ ਸ਼ੁਰੂ ਸਿਸਟਮ ਹੁੰਦਾ ਮੁੰਡਿਆਂ ਦਾ, ਸਟੂਡੈਂਟ ਜਾਂ ਕੁੜੀਆਂ ਦਾ, ਆਪਾਂ ਵੀਕ ਟੂ ਵੀਕ ਜਾਂਦੇ ਹਾਂ। ਇਹ ਤਾਂ ਹੈ ਨਹੀਂ ਕਿ ਆਪਾਂ ਦੂਜੇ ਦਿਨ ਗਰੋਸਰੀ ਲੈਣ ਚਲੇ ਗਏ। ਜਿਹਦੀ ਛੁੱਟੀ ਆ ਵੀਕਐਂਡ ਤੇ ਉਹ ਬੰਦਾ ਗਰੋਸਰੀ ਲੈਣ ਜਾਂਦਾ ਸੀ, ਹੈ ਨਾ ਜੀ। 150 ਮੈਕਸਿਮਮ 150 ਹੋਣੀ ਮੇਰੇ ਮੁਤਾਬਕ ਅਸੀਂ ਜਿੱਦਾਂ ਤੱਕ ਅਸੀਂ ਸਪੈਂਡ ਕਰਦੇ ਰਹੇ ਹਾਂ ਨਾ ਜੀ। ਹੁਣ 150 ਦੀ ਕੁਝ ਵੀ ਨਹੀਂ ਆਉਂਦਾ। ਜਦੋਂ ਤੁਸੀਂ ਆਏ ਤੁਸੀਂ 5 ਜਾਂ 7 ਬੰਦੇ ਇਕੱਠੇ ਰਹਿੰਦੇ ਹੋਵੋਗੇ, ਆਪਾਂ ਵੀ ਸਾਰੇ ਮੁੰਡਿਆਂ ਨਾਲ ਰਹਿੰਦੇ ਰਹੇ ਜੀ। ਹੁਣ ਪਤਾ ਨਹੀਂ ਤਾਂ ਆਪਣੇ ਮਾਹੌਲ 'ਚ ਫਰਕ ਆ ਗਿਆ, ਪਤਾ ਨਹੀਂ ਆਪਣੇ ਸਹਿਚਾਰ 'ਚ ਫਰਕ ਆ ਗਿਆ। ਤੁਸੀਂ ਦੇਖੋਗੇ ਵੀ ਬੰਦੇ 2 ਜਾਂ 3 ਹੀ ਰਹਿੰਦੇ ਨੇ। ਅਸੀਂ ਇਕੱਲੇ ਨਹੀਂ ਰਹਿਣਾ। ਕਾਸਟ ਤਾਂ ਵਧੀਆ ਹੀ ਹੈ, ਪਰ ਆਪਾਂ ਵੀ ਤਰੀਕੇ ਨਹੀਂ ਲੱਭ ਰਹੇ। ਜਦੋਂ ਤਾਂ ਸਸਤੇ ਸੀ ਉਹ ਤਾਂ ਅਸੀਂ 6 ਜਣੇ ਰਹਿੰਦੇ ਰਹੇ, ਹੁਣ ਮਹਿੰਗੇ ਹੋ ਗਏ, ਹੁਣ ਅਸੀਂ ਇਕੱਲੇ ਰਹਿਣਾ। ਤੁਸੀਂ ਉਰੇ ਆ ਕੇ ਲੇਬਰ ਤੋਂ ਸ਼ੁਰੂ ਕਰਦੇ ਹੋ, ਹੌਲੀ ਹੌਲੀ ਸਕਿੱਲ ਡਿਵੈਲਪ ਕਰਦੇ ਹੋ, ਤੁਸੀਂ ਅੱਪ ਜਾਂਦੇ ਹੋ, ਹੈ ਨਾ। ਤੁਹਾਡੀ ਇਨਕਮ ਵੱਧਦੀ ਹੈ, ਚਲੋ ਉਹ ਚੀਜ਼ਾਂ ਫੇਰ ਨੇ। ਪਰ ਜਿਹੜਾ ਬੰਦਾ ਇੰਡੀਆ ਤੋਂ ਆਉਂਦਾ ਉਹਨੂੰ ਪਹਿਲਾਂ ਹੀ ਉਹਦੇ ਮਾਈਂਡ 'ਚ ਬਿਠਾ ਦਿੱਤਾ ਜਾਂਦਾ ਵੀ ਇੰਨੇ ਡਾਲਰ ਇੰਨੇ ਘੰਟੇ ਦੇ ਇੰਨੇ ਪੈਸੇ ਬਣਦੇ ਨੇ ਤੇ ਤਾਂ ਜ਼ਿੰਦਗੀ ਸੈੱਟ ਆ। ਉੱਤੇ ਲੋਕ ਬਹੁਤ ਉਮੀਦਾਂ ਲਾ ਕੇ ਬੈਠੇ ਨੇ। ਕਈ ਲੋਕਾਂ ਨੂੰ ਵਿਚਾਰਿਆਂ ਨੂੰ ਹੈਗਾ ਕਿ ਅਸੀਂ ਵੈਸੇ ਕਿਸੇ ਤਰ੍ਹਾਂ ਨਿਕਲ ਜਾਈਏ ਇੱਥੋਂ, ਜਾਂ ਵੀ ਹਾਂ ਸਾਡਾ ਫਿਊਚਰ ਵਧੀਆ ਹੋ ਜਾਊਗਾ। ਔਖਾ ਹੈਗਾ ਵੀ ਲੋਕਾਂ ਨੂੰ, ਹੈ ਨਾ ਜੀ। ਚਲੋ ਆਉਣਾ ਚਾਹੀਦਾ ਸਾਰਿਆਂ ਨੂੰ, ਆਪਾਂ ਆਏ ਸਾਰੇ ਆਉਣਾ ਚਾਹੀਦਾ, ਪਰ ਉਹ ਗਲਤ ਗੱਲ ਹੈ ਵੀ ਆਪਾਂ ਕਿਸੇ ਨੂੰ ਝੂਠੀ ਉਮੀਦ ਦਿਖਾ ਦਈਏ। ਚੂਜ਼ ਕਰ ਸਕਦੇ ਆਪਾਂ ਸਾਰੇ ਜਿਹੜਾ ਆਪਾਂ ਨੂੰ ਵਧੀਆ ਲੱਗਦਾ, ਪਰ ਜੇ ਤੁਸੀਂ ਕੋਈ ਵਧੀਆ ਸਟੱਡੀ 'ਚ ਆ ਰਹੇ ਹੋ, ਉਹਨੂੰ ਜੇ ਤੁਸੀਂ ਐਨਾਲਾਈਜ਼ ਕਰਦੇ ਹੋ ਵੀ ਕਿ ਇਹਦਾ ਅੱਗੇ ਫਿਊਚਰ ਹੈਗਾ, ਤਾਂ ਬੈਸਟ ਹੈ ਕਿ ਉਹਨੂੰ ਫੋਲੋ ਕਰੋ, ਉਹਦੇ 'ਚ ਰਹੋ। ਜਿਹੜੀ ਤੁਸੀਂ ਮੇਨ ਗੱਲ ਕਹੀ ਕਿ ਸਹਿਣ ਸ਼ਕਤੀ, ਉਹ ਤੁਹਾਡੇ ਵਰਕ ਐਥਿਕਸ ਦੇ ਵਿੱਚ ਆਉਂਦੀ ਹੈ। ਉਹ ਕਦੋਂ ਡਿਵੈਲਪ ਹੋਣਗੇ ਜਦੋਂ ਤੁਸੀਂ ਕੰਮ ਕਰੋਗੇ, ਜਿਹਦੇ ਥੱਲੇ ਕੰਮ ਕਰੋਗੇ। ਠੀਕ ਹੈ, ਥੱਲੇ ਦਾ ਮਤਲਬ ਇਹ ਨਹੀਂ ਵੀ ਆਪਾਂ ਕੋਈ ਗੁਲਾਮ ਬਣ ਕੇ ਕਿਸੇ ਕੰਪਨੀ ਥਰੂ ਕਿਤੇ, ਹੈ ਨਾ, ਕਿਸੇ ਵੀ ਆਰਗੇਨਾਈਜੇਸ਼ਨ 'ਚ ਤੁਸੀਂ ਕੰਮ ਕਰੋਗੇ। ਪਹਿਲੀ ਗੱਲ ਕਿ ਚਲੇ ਜਾ ਬਸ +2 ਹੋ ਗਈ, ਆਇਲਸ ਨਹੀਂ ਹੋਈ ਤਾਂ ਵਿਆਹ ਕਰ ਦੋ। ਠੀਕ ਹੈ ਜੀ। ਇੱਕ ਦੋ ਚੀਜ਼ਾਂ ਆਪਾਂ ਨੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਸੋਲੂਸ਼ਨ ਲੱਭ ਲਏ ਕਿ ਜੇ ਬੱਚਾ 'ਚ ਸਕਿੱਲ ਨਹੀਂ ਹੈਗਾ ਆਪਣੇ 'ਚ, ਇਹਦਾ ਵਿਆਹ ਕਰ ਦੋ, ਇਹਨੂੰ ਬਾਹਰ ਭੇਜ ਦਿਓ। ਘਰਦਿਆਂ ਦੀ ਪ੍ਰੈਸ਼ਰ ਸੀ, ਮੈਂ ਲੈ ਆਈ ਦੈਟਸ ਇਟ। ਜਾਂ ਮੁੰਡੇ ਵੀ ਇਕੱਲੇ, ਕੁੜੀਆਂ ਨਹੀਂ, ਮੁੰਡੇ ਵੀ ਕਰਦੇ ਨੇ ਵੀ ਮੈਂ ਤਾਂ ਤੈਨੂੰ ਲੈ ਆਇਆ, ਡਨ। ਪਰ ਜਦੋਂ ਤੁਹਾਡਾ ਰਿਸ਼ਤਾ ਬਣਿਆ ਹੀ ਨਹੀਂ, ਨਾ ਪਹਿਲਾਂ ਤੁਹਾਡੇ ਉੱਤੇ ਹੀ ਫਰਕ ਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਨਵਪ੍ਰੀਤ ਸੰਧੂ ਪੰਜਾਬੀ ਕੈਂਗਰੂ ਤੋਂ। ਜਿਵੇਂ ਕਿ ਅਸੀਂ ਇੱਕ ਹੋਰ ਵੀਡੀਓ ਕੀਤੀ ਸੀਗੀ ਇਹ ਤੋਂ ਪਹਿਲਾਂ ਵੀ, ਨਿਮਿਤ ਖਹਿਰਾ ਹੋਣਾ ਦਾ ਤੇ ਬਾਈ ਅਰਜਨ ਢਿੱਲੋਂ ਹੋਣਾ ਦਾ ਸ਼ੋਅ ਲੈ ਕੇ ਆ ਰਹੇ ਨੇ ਵੈਬਸਾਈਟ ਪ੍ਰੋਡਕਸ਼ਨ ਵਾਲੇ, ਤੇ ਅੱਜ ਸਾਰੀ ਟੀਮ ਸਾਡੇ ਵਿਹੜੇ ਪਹੁੰਚੀ ਹੋਈ ਆ। ਤੇ ਉਹ ਵੀਡੀਓ ਫੇਸਬੁੱਕ ਤੇ ਅਵੇਲੇਬਲ ਹੋਊਗੀ, ਤੁਸੀਂ ਉੱਥੇ ਵੀ ਜਾਣਕਾਰੀ ਲੈ ਸਕਦੇ ਹੋ। ਪਰ ਇਹ ਜਿਹੜਾ ਸਪੈਸ਼ਲ ਐਪੀਸੋਡ, ਜਿਹੜਾ ਟੌਪਿਕ ਥੋੜਾ ਜਿਹਾ ਅਲੱਗ ਹੋਊਗਾ। ਉਹ ਤੋਂ ਪਹਿਲਾਂ ਬਾਈ ਸਾਰੀ ਵੈਬਸਾਈਟ ਟੀਮ ਦਾ ਸਵਾਗਤ ਕਰਦੇ ਹਾਂ। ਬਾਈ ਮਨਪ੍ਰੀਤ ਹੋਣੀ ਸਾਡੇ ਨਾਲ ਨੇ, ਬਾਈ ਗੈਰੀ, ਬਾਈ ਕਰਨ ਤੇ ਬਾਈ ਜਰਮਨ ਹੋਣੀ। ਤੇ ਇੱਕ ਜਿਵੇਂ ਮੈਨੂੰ ਲੱਗਦਾ ਵੀ ਇਹ ਜਿਹੜਾ ਟੌਪਿਕ ਸੀਗਾ, ਇਹਦੇ ਬਾਰੇ ਨਾ ਮੈਂ ਜਿਹੜੇ 15-20 ਸਾਲ ਪਹਿਲਾਂ ਲੋਕ ਆਏ ਸੀਗੇ ਉਹਨਾਂ ਨਾਲ ਗੱਲ ਨਹੀਂ ਸੀ ਕਰ ਸਕਦਾ। ਠੀਕ ਹੈ ਵੀ ਜਿਹੜੇ ਮੇਰੇ ਜਿਵੇਂ ਹਮ ਉਮਰ ਕੋਈ 10 ਸਾਲ ਮੈਨੂੰ ਹੋ ਗਏ, ਉਹਦੇ ਆਸ-ਪਾਸ ਹੀ ਟਾਈਮ ਹੋ ਗਿਆ ਕਰਕੇ ਕੋਈ ਬਾਲੀਆਂ ਦਾ ਆਪਣੀ ਉਮਰ ਹੈ ਵੀ ਨਹੀਂ ਹੈਗਾ, ਤੇ ਬਾਲੀਆਂ ਸਿਆਣੀਆਂ ਗੱਲਾਂ ਜਿਵੇਂ ਆਪਾਂ ਆਮ ਦੀਆਂ ਗੱਲਾਂ ਹੋਣ ਕਰਕੇ। ਤੇ ਇਹ ਮੈਂ ਚਾਹੁੰਦਾ ਟੌਪਿਕ ਆਪਾਂ ਗੱਲ ਕਰੀਏ ਮਹਿੰਗਾਈ ਤੇ। ਵੀ ਜਦੋਂ 10 ਸਾਲ ਪਹਿਲਾਂ ਆਪਾਂ ਆਸਟ੍ਰੇਲੀਆ ਦੇ ਵਿੱਚ ਆਏ ਸੀਗੇ, ਉਦੋਂ ਕਿਹੋ ਜਿਹਾ ਮਾਹੌਲ ਸੀਗਾ ਤੇ ਅੱਜ ਕਿਹੋ ਜਿਹਾ ਮਾਹੌਲ ਆ। ਨੋ ਡਾਊਟ ਅੱਜ ਲੋਕ ਸਾਨੂੰ ਕਹਿੰਦੇ ਆ, ਮਤਲਬ ਇੰਡੀਆ ਤੋਂ ਜਾਂ ਕੈਨੇਡਾ ਤੋਂ ਵੀ ਮੈਸੇਜ ਆਉਂਦੇ ਆ ਵੀ ਆਸਟ੍ਰੇਲੀਆ ਦੇ ਵਿੱਚ ਲੋਕ ਪੈਸੇ ਬਹੁਤ ਕਮਾ ਰਹੇ ਨੇ, $30 ਜਿਹੜੇ ਘੰਟੇ ਦੇ ਬੜੇ ਆਮ ਨੇ। ਪਰ ਉਹਦੇ ਨਾਲ ਦੀ ਨਾਲ ਮਹਿੰਗਾਈ ਬਾਰੇ ਵੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਤੁਹਾਨੂੰ ਕੀ ਲੱਗਦਾ ਪਿਛਲੇ 10 ਸਾਲ ਪਹਿਲਾਂ, ਇੱਕ ਡੈਕੇਡ ਪਹਿਲਾਂ ਤੇ ਅੱਜ ਕਿੰਨਾ ਫਰਕ ਆਇਆ? ਕਿਸੇ ਵੀ ਚੀਜ਼ 'ਚ ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਨੂੰ ਜੀ ਆਇਆ ਨੂੰ ਇੱਥੇ 7-8 ਸਾਲ ਹੋਏ ਨੇ, ਪਰ ਕਰਨ ਜੀ ਇੱਥੇ 10 ਸਾਲ ਤੋਂ ਵੱਧ ਨੇ, ਤਾਂ ਡੈਕੇਡ ਵਾਲਾ ਤੁਹਾਨੂੰ ਇਹ ਦੱਸਣਗੇ। ਇਹਨਾਂ ਦੇ ਵਿਚਾਰ ਲਓ ਪਹਿਲਾਂ, ਫਿਰ ਅਸੀਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦੇ ਹਾਂ। ਡੈਕੇਡ ਦੇ ਵਿੱਚ ਹੀ ਆਪਣੇ ਚੇਂਜ ਤਾਂ ਬਹੁਤ ਕੁਛ ਹੋਇਆ ਨਾ, ਤੇ ਕਿਉਂਕਿ ਡੈਕੇਡ ਦੇ ਵਿੱਚ ਇਦਾਂ ਹੋਇਆ ਨਾ, ਲਾਈਕ ਪਹਿਲਾਂ ਤਾਂ ਇਨਕਮ ਵੀ ਚਲੋ ਆਪਣੇ ਲਿਮਿਟਡ ਹੁੰਦੀ ਦੀ ਹੈ ਨਾ, ਇੰਨੀ ਇਨਕਮ ਨਹੀਂ ਹੁੰਦੀ ਦੀ ਨਾ। ਮੁੰਡਿਆਂ ਨੇ ਬਹੁਤ ਘੱਟ ਡਾਲਰਾਂ ਦੇ ਕੰਮ ਕਰਿਆ ਨਾ। ਪਰ ਅੱਜ ਕੱਲ੍ਹ ਜਿਵੇਂ ਚਲੋ ਓਬਵੀਅਸ ਆ ਪੇ ਰੇਟ ਤਾਂ ਰਾਈਜ਼ ਹੋਏ ਆ, ਪਰ ਪੇ ਰੇਟ ਰਾਈਜ਼ ਹੋਣ ਦੇ ਨਾਲ ਨਾਲ ਅੱਜ ਕੱਲ੍ਹ ਜਿਵੇਂ ਮੁੰਡਿਆਂ ਨੂੰ ਦਿੱਕਤ ਆਉਂਦੀ ਆ ਰੂਮ ਰੈਂਟ ਲੈਣ 'ਚ ਦਿੱਕਤ ਆਉਂਦੀ ਆ ਨਾ, ਕਿਉਂਕਿ ਆਪਣੇ ਰੈਂਟ ਓਬਵੀਅਸ ਅੱਜ ਨੋਰਮਲ $400-450 ਘੱਟ ਤੋਂ ਕਿਤੇ ਨਹੀਂ ਮਿਲਦਾ ਹੈਗਾ 2 ਬੈਡਰੂਮ ਦਾ, ਹੈ ਨਾ। ਕਿਉਂਕਿ ਅੱਗੇ ਚਲੋ ਓਬਵੀਅਸ ਆ ਇਨਕਮ ਘੱਟ ਹੁੰਦੀ ਦੀ, ਰੈਂਟ ਵੀ ਠੀਕ ਹੁੰਦਾ ਸੀਗਾ। ਪਰ ਅੱਜ ਦੇ ਜ਼ਮਾਨੇ 'ਚ ਇਨਕਮ ਚਾਹੇ ਵੱਧ ਵੀ ਗਈ ਆ, ਪਰ ਆਪਣੇ ਜਿਹੜੇ ਖਰਚੇ ਨੇ ਨਾ, ਲਾਈਕ ਰੈਂਟਲ ਪ੍ਰੋਪਰਟੀ ਦੇ ਪਹਿਲਾਂ ਡਿਪੋਜ਼ਿਟ ਕਿੰਨਾ ਦੇਣਾ ਪੈਂਦਾ, ਤਾਂ ਵੀ ਕੋਈ ਸ਼ੋਰ ਨਹੀਂ ਹੁੰਦਾ ਨਾ ਵੀ ਆਪਾਂ ਨੂੰ ਰੂਮ ਮਿਲੂਗਾ, ਹੈ ਨਾ ਜੀ। ਇੱਕ ਤਾਂ ਇਹ ਇਫੈਕਟ ਬਹੁਤ ਪਿਆ ਨਹੀਂ। ਤੇ ਆਪਣੇ ਫਿਰ ਇੱਕ ਚਲੋ ਲਾ ਲਓ ਹੁਣ ਅੱਗੇ ਜਿਹੜਾ ਆਪਣਾ ਪ੍ਰਾਈਸਿੰਗ ਫਿਊਲ ਦੀ ਹੁੰਦੀ, ਉਹ ਫਿਊਲ ਦੀ ਲੈ ਲਓ ਤੁਸੀਂ, ਹੈ ਨਾ। ਆਪਣੇ ਕਿੱਥੇ ਗਿਆ ਹਰ ਰੋਜ਼ ਯੂਜ਼ ਕਰਦੇ ਆਪਾਂ, ਸਾਰੇ ਕਰਦੇ ਆ ਨਾ।
ਤੇ ਫਿਊਲ ਦਾ ਕਿੰਨਾ ਇਫੈਕਟ ਪਿਆ ਨਹੀਂ। ਫਿਊਲ ਪਹਿਲਾਂ ਨਾਰਮਲ ਆਪਣੇ ਡਾਲਰ ਦੇ ਕੋਲ ਹੁੰਦਾ ਸੀ, ਅੱਜ ਕੱਲ ਤੁਸੀਂ ਆਪ ਦੇਖ ਲਓ ਨਹੀਂ ਆਪਣੇ ਨੀਅਰਲੀ ਡਬਲ ਹੀ ਹੋ ਗਿਆ, ਨਹੀਂ ਡਬਲ ਤੋਂ ਵੀ ਉੱਪਰ ਹੀ ਚੱਲ ਰਿਹਾ ਨਹੀਂ। ਤੇ ਉਹਦੇ ਕਰਕੇ ਬਹੁਤ ਇਫੈਕਟ ਪੈ ਰਿਹਾ ਬਿਜ਼ਨਸ ਤੇ ਨਹੀਂ। ਆਪਣੇ ਜਿਹੜੇ ਟਰਾਂਸਪੋਰਟ ਵਾਲੇ ਮੁੰਡੇ ਆ ਨਹੀਂ, ਉਹਨਾਂ ਦੇ ਸਾਰਿਆਂ ਦੇ ਓਬਵੀਅਸ ਆ ਨਹੀਂ, ਸਾਰਿਆਂ ਨੂੰ ਪਤਾ ਹੀ ਆ ਟਰਾਂਸਪੋਰਟ ਇੰਡਸਟਰੀ ਹੁਣ ਕਿੰਨੀ ਸਫਰ ਕਰ ਰਹੀ ਆ ਨਹੀਂ ਜੀ। ਤੇ ਇਦਾਂ ਆਪਣੇ ਕਾਫੀ ਚੇਂਜਸ ਆਏ ਜੀ ਆਪਣੇ ਕਾਸਟ ਆਫ ਲਿਵਿੰਗ ਕਾਸਟ ਸਾਰੀ ਵੱਧ ਗਈ ਹੋਈ ਹੈ ਨਾ। ਫੂਡ ਤੋਂ ਲੈ ਕੇ ਰਹਿਣ ਦਾ ਤਾਂ ਚਲੋ ਹੋ ਹੀ ਗਿਆ, ਰਹਿਣਾ ਤਾਂ ਇੰਨਾ ਬੁਰਾ ਹਾਲ ਹੈ ਵੀ ਤੁਸੀਂ, ਮੈਂ ਕਈ ਆਪਣੇ ਦੋਸਤਾਂ ਨੇ ਘਰ ਲਏ ਨੇ 3 ਮਹੀਨੇ ਦਾ ਡਿਪੋਜ਼ਿਟ ਐਡਵਾਂਸ, ਤੇ ਜਿਹੜਾ ਨਾਰਮਲ ਨਾ ਰੇਟ ਪਾਇਆ ਉਹਦੇ $10 ਉੱਪਰ ਦੇ ਕੇ ਆਪਾਂ ਰੈਂਟਲ ਪ੍ਰਾਪਰਟੀ ਦੀ ਰੈਂਟਲ ਪ੍ਰਾਪਰਟੀ ਦੀ ਵੀ ਜੀ, ਠੀਕ ਹੈ ਜੀ। ਤੇ ਦੂਸਰੇ ਤਾਂ ਜਦੋਂ ਤੁਸੀਂ ਘਰ ਲੈਣ ਚਲੇ ਜਾਓ, ਬਾਏ ਕਰਦੇ ਹੋ ਘਰ ਤੁਸੀਂ, ਪਲਾਟਸ ਦੇ ਰੇਟ ਦੇਖ ਲਓ ਤੁਸੀਂ। ਜਿਹੜਾ ਘਰ ਨਾਰਮਲ ਆਪਾਂ ਅੱਗੇ ਐਵਰੇਜ ਹੁੰਦੀ ਸੀ ਆਪਣੇ ਪੰਜਾਬੀਆਂ ਦੀ, ਦੇਸੀਆਂ ਦੀ ਥੋੜੀ, ਆਪਣਾ ਕਿਸੇ ਵੀ 5 ਲੱਖ ਤੱਕ ਘਰ ਮਿਲ ਜਾਣਾ ਵਧੀਆ ਘਰ। ਸਪੈਸ਼ਲੀ ਜਿੱਦਾਂ ਆਪਣੇ ਲੋਕ ਲੈਂਦੇ ਹੈਰਿਸਡੇਲ ਕੈਨਿੰਗਵਿਲ ਘਰ ਲੈਂਦੇ ਨੇ ਤਾਂ 5 ਲੱਖ ਦੇ ਕਰੀਬ ਘਰ ਰਹਿੰਦੇ ਸੀ। ਹੁਣ ਉਹੀ ਘਰ ਮਿਨੀਮਮ 6.5 ਲੱਖ ਤੇ ਚਲੇ ਗਿਆ ਜੀ। ਪਲਾਟ ਸਾਈਜ਼ ਛੋਟੇ ਹੋ ਗਏ ਪਰ ਅਮਾਉਂਟ ਵੱਧ ਗਈ। ਚਲੋ ਡਿਮਾਂਡ ਵਧੀਆ ਨੋ ਡਾਊਟ, ਪਰ ਇੰਨੀ ਵੀ ਕੋਈ ਜ਼ਿਆਦਾ ਆਪਣੇ ਜਿੰਨਾ W ਦਾ ਜਿਹੜਾ ਹੈ ਜੀ ਆਪਣਾ ਹਿਸਾਬ ਕਿਤਾਬ ਹੈਗਾ ਉਹਦੇ ਹਿਸਾਬ ਨਾਲ ਕੋਈ ਬਹੁਤੀ ਡਿਮਾਂਡ ਨਹੀਂ ਵਧੀ। ਜੀ ਜੀ। ਜਿਹੜੀ ਇਨਫਲੇਸ਼ਨ ਪਹਿਲਾਂ ਆਈ ਸੀ ਇਹਨਾਂ ਤੋਂ ਹਜੇ ਤੱਕ ਉਹ ਵੀ ਮੀਟ ਨਹੀਂ ਹੋਈ। ਆਸਟ੍ਰੇਲੀਆ ਤੇ ਪ੍ਰਾਈਸ ਅੱਪ ਜਾ ਰਹੇ ਜਦ ਕਿ ਇਦਾਂ ਹੋਣਾ ਨਹੀਂ ਚਾਹੀਦਾ। ਤੁਸੀਂ ਈਸਟਰਨ ਸਟੇਟਾਂ 'ਚ ਦੇਖਦੇ ਹੋ ਜਾ ਕੇ, ਉੱਥੇ ਪ੍ਰਾਈਸ ਘਟਦੇ ਆ, ਆਪਣੇ ਵਧਣੇ ਸ਼ੁਰੂ ਹੋ ਜਾਂਦੇ ਨੇ ਜੀ, ਠੀਕ ਹੈ ਜੀ। ਤਾਂ ਉਹ ਚੀਜ਼ ਕਿਤੇ ਨਾ ਕਿਤੇ ਆਪਾਂ ਨੂੰ ਸਾਰਿਆਂ ਨੂੰ ਇਫੈਕਟ ਕਰਦੀ ਹੈ ਨਾ। ਤੁਸੀਂ ਜੇ ਤੁਹਾਨੂੰ 10 ਸਾਲ ਹੋ ਗਏ ਇਹਨੂੰ ਤਾਂ ਤੁਸੀਂ ਵੀ ਕਰ ਲਿਆ ਆਪਣਾ, ਜਿਹੜਾ ਬੰਦੇ ਨੇ ਤੁਹਾਡੇ 2 ਸਾਲ ਪਹਿਲਾਂ ਘਰ ਲਿਆ ਹੋਊਗਾ ਸ਼ਾਇਦ ਤੁਹਾਡੇ ਤੋਂ $1,00,000 ਘੱਟ ਲਿਆ ਹੋਵੇ ਜੀ, ਤੁਹਾਡੇ ਤੋਂ ਪਲਾਟ ਵੀ ਬੈਟਰ ਹੋਵੇ ਜੀ। ਤੁਸੀਂ ਪਲਾਟ ਵੀ ਛੋਟਾ ਲੈ ਰਹੇ ਹੋ, ਅਮਾਉਂਟ ਵੀ ਵੱਧ ਪੇ ਕਰ ਰਹੇ ਹੋ, ਠੀਕ ਹੈ ਜੀ। ਫੂਡ ਕਾਸਟ ਦੇਖ ਲਓ, ਤੁਸੀਂ ਕਿਤੇ ਵੀ ਜਾਂਦੇ ਹੋ, ਤੁਸੀਂ ਗਰੋਸਰੀ ਬਾਈ ਕਰਨ ਜਾਂਦੇ ਆਪਾਂ ਹੈ ਨਾ ਜੀ। ਅੱਗੇ $100 ਦੀ ਗਰੋਸਰੀ ਲੈਣ ਜਾਂਦੇ ਸੀ ਤਾਂ ਕਾਰਟ ਭਰ ਕੇ ਲੈ ਕੇ ਆਉਣਾ, ਹਾਂਜੀ। ਹੁਣ ਛੋਟਾ ਜਿਹਾ ਲਿਫਾਫਾ ਭਰ ਕੇ ਦੇ ਦਿੰਦੇ ਨੇ, $120 ਲੈ ਜਾਂਦੇ ਨੇ, ਅਗਲੇ ਦਿਨ ਫੇਰ ਲੈਣੀ ਆਓ। ਤਾਂ ਇਫੈਕਟ ਤਾਂ ਹੋਇਆ ਹੈ ਨਾ ਜੀ। ਦੇਖੋ 10 ਸਾਲ ਪਿੱਛੇ ਜ਼ਿਆਦਾ ਜਾਂਦੇ ਤਾਂ ਤੁਸੀਂ ਬੈਟਰ ਦੱਸ ਸਕਦੇ ਹੋ ਜਾਂ ਸਾਡੇ ਤੋਂ ਵੱਡੇ ਦੱਸ ਸਕਦੇ ਨੇ, ਪਰ ਜਦੋਂ ਦੇ ਅਸੀਂ ਆਏ ਆ ਅਸੀਂ ਰੈਂਟਲ ਪ੍ਰਾਪਰਟੀ ਦੇ ਪ੍ਰਾਈਸ ਅਪ ਹੁੰਦੇ ਦੇਖਿਆ, ਫਿਊਲ ਦੇ ਦੇਖਿਆ ਜੀ, ਫੂਡ ਕਾਸਟ ਆਲ ਅਰਾਊਂਡ ਜਿਹੜੀ ਲਿਵਿੰਗ ਕਾਸਟ ਹੈ ਮੈਨੂੰ ਲੱਗਦਾ ਡਬਲ ਹੋ ਗਈ ਜਿੱਥੋਂ ਤੱਕ ਅਸੀਂ ਦੇਖੇ ਜੀ। ਪਹਿਲਾਂ ਇੱਕ ਚੀਜ਼ ਹੋਰ ਜਿਵੇਂ ਮੈਂ ਦੇਖੀ ਆ, ਜਿਵੇਂ ਆਹ ਨੂੰ 5-6 ਸਾਲ ਪਹਿਲਾਂ ਕੁਝ ਜਦੋਂ ਅਸੀਂ ਸ਼ੇਅਰਿੰਗ ਦੇ ਵਿੱਚ ਰਹਿੰਦੇ ਹੁੰਦੇ ਸੀ, 4-5 ਮੁੰਡੇ ਰਹਿੰਦੇ ਹੁੰਦੇ ਸੀਗੇ, ਤੇ ਉਦੋਂ ਅਸੀਂ $100-120 ਦੀ, ਜਿਵੇਂ ਅਸੀਂ 4-5 ਮੁੰਡੇ ਰਹਿੰਦੇ, $120 ਦੀ ਗਰੋਸਰੀ ਸਾਡੀ ਹੁੰਦੀ ਸੀ। ਤੇ ਮੈਨੂੰ ਲੱਗਦਾ ਉਹਨਾਂ ਨਾਲ ਹਫ਼ਤਾ 10 ਦਿਨ ਸਾਡੇ ਨਿਕਲ ਜਾਂਦੇ ਹੁੰਦੇ ਸੀ। ਤੇ ਪਰ ਹੁਣ ਉਹੀ ਸਾਰਾ ਕੁਝ ਸਿਸਟਮ ਹੈ ਕਰਕੇ 19 ਕੀ ਗਰੋਸਰੀ ਆ, ਤੇ ਉਦੋਂ ਸਾਨੂੰ ਲੱਗਦਾ ਹੁੰਦਾ ਵੀ 120 ਦੇ ਵਿੱਚ ਸਾਡਾ ਬਹੁਤ ਸਮਾਨ ਆ ਗਿਆ। ਤੇ ਮਤਲਬ ਜੇ ਅਸੀਂ ਚੱਲ ਡਿਵਾਈਡ ਵੀ $20-25 ਆਉਂਦੇ ਸੀ, ਉਹ ਕੋਈ ਵੱਡੀ ਗੱਲ ਨਹੀਂ ਸੀ। ਪਰ ਅੱਜ ਸਿਸਟਮ ਹੀ ਜਿਹੜਾ ਕਿੰਨਾ ਬਹੁਤ ਜ਼ਿਆਦਾ, ਤੁਸੀਂ 3 ਜਣਿਆਂ ਦੀ ਫੈਮਿਲੀ, ਤੁਹਾਡੀ $150 ਦੀ ਗਰੋਸਰੀ ਆਉਣੀ ਘੱਟੋ ਘੱਟ ਜੀ, ਉਹ ਵੀ 3 ਦਿਨ ਚੱਲਣੀ ਹੈ। ਤੁਸੀਂ ਫਿਰ ਗਰੋਸਰੀ ਲੈਣ ਜਾਣਾ, ਕਿਤੇ ਤੁਸੀਂ 6 ਜਣੇ ਰਹਿ ਰਹੇ ਸੀ, 200 ਦੀ ਗਰੋਸਰੀ ਲੈ ਕੇ ਆਉਣੀ, ਮਿਨੀਮਮ ਵੀਕ ਚੱਲਦੀ ਸੀ। ਜਿੱਦਾਂ ਆਪਣਾ ਜਿਵੇਂ ਸ਼ੁਰੂ ਸਿਸਟਮ ਹੁੰਦਾ ਮੁੰਡਿਆਂ ਦਾ, ਸਟੂਡੈਂਟ ਜਾਂ ਕੁੜੀਆਂ ਦਾ, ਆਪਾਂ ਵੀਕ ਟੂ ਵੀਕ ਜਾਂਦੇ ਹਾਂ। ਇਹ ਤਾਂ ਹੈ ਨਹੀਂ ਕਿ ਆਪਾਂ ਦੂਜੇ ਦਿਨ ਗਰੋਸਰੀ ਲੈਣ ਚਲੇ ਗਏ। ਜਿਹਦੀ ਛੁੱਟੀ ਆ ਵੀਕਐਂਡ ਤੇ ਉਹ ਬੰਦਾ ਗਰੋਸਰੀ ਲੈਣ ਜਾਂਦਾ ਸੀ ਹੈ ਨਾ ਜੀ। 150 ਮੈਕਸਿਮਮ 150 ਹੋਣੀ ਮੇਰੇ ਮੁਤਾਬਕ, ਅਸੀਂ ਜਿੱਦਾਂ ਤੱਕ ਅਸੀਂ ਸਪੈਂਡ ਕਰਦੇ ਰਹੇ ਹਾਂ ਨਾ ਜੀ। ਹੁਣ 150 ਵੀ ਕੁਝ ਵੀ ਨਹੀਂ ਆਉਂਦਾ। ਪਰ ਹੁਣ ਇੱਕ ਚੀਜ਼ ਐਂ ਵੀ ਆਪਾਂ ਦੇਖਦੇ ਹਾਂ ਵੀ ਲੈਟਸ ਸੇ ਇੱਕ ਕਪਲ ਆ, ਹਸਬੈਂਡ ਵਾਈਫ ਹੈ, ਤੇ ਆਸਟ੍ਰੇਲੀਆ ਦੀ ਗੱਲ ਕਰਦੇ ਆ, ਐਵਰੇਜ ਇਨਕਮ ਉਹਨਾਂ ਦੀ $800-900 ਦੇ ਆਸ-ਪਾਸ ਮਿਨੀਮਮ ਹੈ ਹਾਂਜੀ, 15 ਤੋਂ ਹੀ ਮੰਨੋ। ਚਲੋ ਐਵਰੇਜ ਜੀ ਉਹ ਜੌਬ ਕਰਦੇ $1000 ਮੰਨ ਲਓ, $1000 $2000 ਉਹਨਾਂ ਦੀ ਵੀਕਲੀ ਅਰਨਿੰਗ ਹੈਗੀ ਆ। ਪਰ $1000 ਤਾਂ ਖਰਚਾ ਹੀ ਹੋ ਗਿਆ ਹਾਂਜੀ। ਇੱਕ ਬੰਦੇ ਦੀ ਜਿਹੜੀ ਪੂਰੀ ਇਨਕਮ ਆ, ਚਾਹੇ ਤੁਸੀਂ ਉਹਦੇ ਵਿੱਚ ਰੈਂਟ ਪਾ ਲਓ, ਚਾਹੇ ਗਰੋਸਰੀ ਪਾ ਲਓ, ਜਾਂ ਜਿਵੇਂ ਹੁਣ ਤੇਲ $2 ਦਾ ਲੀਟਰ ਹੋਇਆ ਤੇ ਉਹ ਤੇਲ ਖਰਚਾ ਪਾ ਲਓ, ਇੱਕ ਬੰਦੇ ਦੀ, ਇੱਕ ਪਾਰਟਨਰ ਦੀ ਸਾਰੀ ਤਨਖਾਹ ਹਫਤੇ ਦੀ ਸਿਰਫ ਖਰਚੇ 'ਚ ਨਿਕਲ ਜਾਣੀ ਹੈ। ਇਹ ਉਹ ਤਾਂ ਹੈ ਜੇ ਉਹਨੇ ਨਾਰਮਲ ਲਾਈਫ ਜਿਉਣੀ ਹੈ, ਜੇ ਉਹ ਕਹਿੰਦਾ ਮੈਂ ਲਗਜ਼ਰੀ ਲਾਈਫ ਆਪ ਜਾਣਾ ਥੋੜੀ ਜਿਹੀ ਵੀ ਕਰਨੀ ਹੈ ਤਾਂ ਤੁਸੀਂ ਉੱਥੇ ਕਲੈਸ਼ ਹੋ ਜਾਓਗੇ। ਅਰੇ ਉਹਨਾਂ ਲਈ ਵੀ ਬਹੁਤ ਔਖਾ ਨਾ, ਜਿਹਨਾਂ ਦੇ ਆਪਣੇ ਉਰੇ ਉਧਰੋਂ ਆਪਣੇ ਸਟੂਡੈਂਟ ਵੀਜ਼ੇ ਤੇ ਆਉਂਦੇ ਤੇ ਇੱਧਰ ਕਿਡਸ ਹੁੰਦੇ ਆ ਨਹੀਂ, ਉਹਨਾਂ ਲਈ ਜ਼ਿਆਦਾ ਔਖਾ। ਉਹਨਾਂ ਦਾ ਖਰਚਾ ਦੇਖੋ ਨਾ ਕਿੱਥੇ ਚਲੇ, ਬੱਚਿਆਂ ਨਾਲ ਕਿਹੜਾ ਰੱਖਣਾ ਸੌਖਾ ਨਹੀਂ ਹੈ। 100% ਜੌਬ ਵੀ ਨਹੀਂ ਦੇ ਸਕਦੇ ਜਿਹਦੇ ਬੱਚੇ ਜਿਨ੍ਹਾਂ ਨੇ ਡੇ ਕੇਅਰ ਛੱਡਣੇ ਆ ਨਿਆਣੇ ਆਪਦੇ, ਉਹ ਦੇਖੋ ਨਹੀਂ। ਮੈਨੂੰ ਲੱਗਦਾ ਜੀ ਸਭ ਤੋਂ ਜ਼ਿਆਦਾ ਇਹ ਚੱਕਰ ਪਿਆ ਸਟੂਡੈਂਟਸ ਨੂੰ ਮਹਿੰਗਾਈ ਦਾ, ਕਿਉਂਕਿ ਜੀ ਹੁਣ ਬੰਦਾ ਨਵਾਂ ਇੱਥੋਂ ਆਉਂਦਾ ਹੈ, ਉਹਨੂੰ ਇੱਕ ਤਾਂ ਜੀ ਰਹਿਣ ਨੂੰ ਥਾਂ ਨਹੀਂ ਮਿਲਦੀ ਹੈਗੀ, ਜਿਨ੍ਹਾਂ ਦੇ ਉਰੇ ਕੋਈ ਰਿਲੇਟਿਵਸ ਨਹੀਂ ਹੈਗੇ ਜੀ। ਦੂਜਾ ਜੀ ਉਹਨਾਂ ਨੇ ਕੰਮ ਤੇ ਆਉਣ ਜਾਣ ਲਈ ਕੋਈ ਗੱਡੀ ਲੈਣੀ ਆ, ਹੁਣ ਜਿਹੜੀ ਗੱਡੀ ਪਹਿਲਾਂ 1000 ਦੀ ਸੀ ਜੀ ਹੁਣ 3000-4000 ਦੀ ਹੋ ਗਈ ਜੀ। ਤੁਹਾਨੂੰ ਗੱਡੀ ਕੋਈ ਮਿਲਦੀ ਨਹੀਂ ਹੈਗੀ ਜੀ। ਤੇ ਇਹ ਸਭ ਕੁਝ ਆਈ ਥਿੰਕ ਵੀ ਹੋਇਆ ਜੀ ਕੋਵਿਡ ਕਰਕੇ। ਇਨਫਲੇਸ਼ਨ ਵੱਧ ਰਹੀ ਸੀ ਨੋ ਡਾਊਟ, ਬਟ ਕੋਵਿਡ ਨੇ ਇਹਨੂੰ ਇੱਕ ਬਹੁਤ ਡਰਾਸਟਿਕ ਚੇਂਜ ਕੀਤਾ ਕਿ ਇਹ ਇੱਕੋਦਮ ਬਹੁਤ ਜੀ ਜ਼ਿਆਦਾ ਵੱਧ ਗਈ ਆ। ਤੇ ਹੁਣ
ਗਰੋਸਰੀਜ਼ ਹੁਣ ਜਿਹੜੇ ਜੀ ਪੁਰਾਣੇ ਆਏ ਹੋਏ ਆ ਉਹ ਤਾਂ ਚਲੋ ਜੀ ਐਡਜਸਟ ਕਰ ਲੈਂਦੇ ਆ, ਉਹਨਾਂ ਨੂੰ ਇੰਨਾ ਚੱਕਰ ਨਹੀਂ ਪੈ ਰਿਹਾ, ਸਟੇਬਲ ਵੀ ਹੋ ਗਏ ਨਾ ਉਹ ਸਟੇਬਲ ਹੋ ਗਏ। ਬਟ ਜਿਹੜੇ ਜੀ ਨਵੇਂ ਸਟੂਡੈਂਟ ਹੁਣ ਇੰਡੀਆ ਤੋਂ ਕਰੰਟਲੀ ਹੁਣ ਆ ਰਹੇ ਆ, ਉਹ ਆ ਕੇ ਜੀ ਫੀਸਾਂ ਭਰ ਰਹੇ ਆ, ਆਪਣੀਆਂ ਫੀਸਾਂ ਵੀ ਜੀ ਹੋ ਗਈਆਂ ਆਨਲਾਈਨ, ਕਲਾਸਾਂ ਦਿਨ ਦੇ ਪੜ੍ਹਦੇ ਰਹੇ ਆ ਜੀ ਇੰਡੀਆ ਤੋਂ ਉਹ, ਤੇ ਫੀਸਾਂ ਇੱਥੋਂ ਦੀ ਭਰਦੇ ਰਹੇ ਆ। ਉਹਨਾਂ ਨੂੰ ਪਹਿਲਾਂ ਹੀ ਇੰਡੀਆ ਤੋਂ ਕਰਜ਼ੇ ਚੱਕ ਕੇ ਆਏ ਆ ਜੀ, ਇੱਥੇ ਹੋਰ ਖਰਚੇ, ਉਹਨਾਂ ਲਈ ਜੀ ਬਹੁਤ ਜ਼ਿਆਦਾ ਵੱਡਾ ਇਸ਼ੂ ਹੈ ਜੀ ਮਹਿੰਗਾਈ ਦਾ। ਓਵਰਆਲ ਹਰ ਫੀਲਡ 'ਚ ਇਹ ਚੀਜ਼ ਹੋਈ ਆ, ਸਾਰਿਆਂ ਨੂੰ ਇਫੈਕਟ ਤਾਂ ਪਿਆ ਹੀ ਆ ਮਹਿੰਗਾਈ ਦਾ, ਕੋਈ ਵੀ ਫੀਲਡ ਲਾ ਲਓ। ਸੋਰਸ ਵਧੇ ਨਹੀਂ, ਨੋ ਡਾਊਟ, ਪਹਿਲਾਂ ਨਾਲੋਂ ਸੋਰਸ ਵਧ ਗਏ, ਹਾਂਜੀ। ਪਰ ਖਰਚੇ ਮੈਨੂੰ ਲੱਗਦਾ ਜ਼ਿਆਦਾ ਵਧ ਗਏ ਜੀ। ਤੇ ਇੱਕ ਮੈਂ ਮੈਨੂੰ ਲੱਗਦਾ 2 ਹਫ਼ਤੇ ਪਹਿਲਾਂ ਇੱਕ ਟਿਕਟੌਕ ਤੇ ਵੀਡੀਓ ਦੇਖੀ ਸੀ, ਉਹ ਚ ਕੋਈ ਮੁੰਡਾ ਸੀਗਾ, ਉਹ ਕਹਿੰਦਾ ਵੀ ਜੇ ਏਦਾਂ ਉਹ ਨੱਚ ਰਿਹਾ ਸੀਗਾ, ਹਾਂਜੀ। ਕਹਿੰਦਾ ਵੀ ਸਿਡਨੀ ਮੇਨ ਸਬਰਬ ਦੇ ਵਿੱਚ, ਹੁਣ ਮੈਂ ਗਿਆ ਨਹੀਂ ਕਦੇ ਸਿਡਨੀ, ਹਾਂਜੀ। ਵੀ ਉੱਥੇ ਅਪਾਰਟਮੈਂਟ ਮੈਨੂੰ ਮਿਲ ਗਿਆ ਤੇ ਉਹਨੂੰ ਇੰਨੀ ਖੁਸ਼ੀ ਹੋਈ ਸੀ ਰੈਂਟਲ ਪ੍ਰਾਪਰਟੀ। ਪਰ ਜੇ ਆਪਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜੇ ਆਪਾਂ ਆਮ ਹੀ ਮੈਂ ਜਿਹੜੇ ਮੁੰਡੇ ਨਵੇਂ ਆਉਣਗੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਉਹਨਾਂ ਬਾਰੇ ਗੱਲ ਕਰਨਾ ਵੀ ਜੇ ਆਮ ਹੀ ਕੋਈ ਘਰ ਕਿਰਾਏ ਤੇ ਲੈਣਾ ਹੋਵੇ ਤਾਂ ਉਹਦੇ ਬਾਹਰ ਕਿਹੋ ਜਿਹਾ ਮਾਹੌਲ ਹੁੰਦਾ, ਮੈਂ ਤੁਹਾਡੇ ਹਿਸਾਬ ਨਾਲ ਦੇਖਣਾ ਵੀ ਕਿੰਨੇ ਕੁ ਲੋਕ ਦੇਖਣ ਆਏ ਹੁੰਦੇ ਆ ਉਹਨੂੰ ਕਰਕੇ। ਅਸੀਂ ਕਈ ਵਾਰ ਦੱਸਿਆ, ਪਰ ਕਿਤੇ ਲੋਕਾਂ ਨੂੰ ਲੱਗਦਾ ਕਿਤੇ ਨਹੀਂ ਇਹ ਤਾਂ ਤੁਸੀਂ ਕਈ ਵਾਰ ਤੁਸੀਂ ਉਮੀਦ ਨਹੀਂ ਕਰਦੇ ਜੀ। ਅਸੀਂ ਇੱਕ ਵਾਰੀ ਪ੍ਰਾਪਰਟੀ ਦੇਖ ਰਹੇ ਸੀਗੇ ਤੇ ਮਿਨੀਮਮ 25 ਬੰਦੇ ਆਏ ਹੋਣਗੇ ਉਹਦੇ 25 ਕਪਲ, ਤੇ ਉਹ ਦਿੰਦੇ ਸਿੰਗਲ ਬੰਦੇ ਨੂੰ ਦਿੰਦੇ ਹੀ ਨਹੀਂ ਜੀ। ਸਿੰਗਲ ਬੰਦੇ ਨੂੰ ਤਾਂ ਅੱਜ ਕੱਲ੍ਹ ਚਲੋ ਕਹਿ ਨਹੀਂ ਸਕਦੇ, ਪਰ ਦਿੰਦੇ ਹੀ ਨਹੀਂ। ਸਿੰਗਲ ਬੰਦੇ ਨੂੰ ਕਮਰਾ ਜੇ ਤੁਹਾਨੂੰ ਰਹਿਣਾ ਜੀ, ਸਟੂਡੈਂਟ ਨੇ ਸਪੈਸ਼ਲੀ, ਉਹਨੂੰ ਕੀ ਹੈ, ਜੇ ਉਹਨੂੰ ਕੋਈ ਜਾਣਕਾਰ ਹੈ ਉਹ ਭਾਵੇਂ ਰੱਖ ਲਵੇ, ਕੋਈ ਖਾਸ ਵਧੀਆ ਰਿਸ਼ਤੇਦਾਰ ਹੈ, ਅਕਸਰ ਤਾਂ ਰਿਸ਼ਤੇਦਾਰ ਵੀ ਤੁਹਾਨੂੰ ਪਤਾ ਹੱਥ ਖੜੇ ਕਰ ਹੀ ਦਿੰਦੇ ਨੇ ਇੱਥੇ ਆ ਕੇ। ਇਹਨਾਂ ਸਭ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ, ਮਜਬੂਰੀਆਂ ਵੀ ਨੇ ਲੋਕਾਂ ਦੀਆਂ, ਪਰ ਹੁੰਦਾ ਹੀ ਆ। ਪਰ ਜੇ ਤੁਸੀਂ ਇੰਡੀਆ ਤੋਂ ਜਿਹੜਾ ਬੰਦਾ ਆਉਂਦਾ, ਕੱਚਾ ਬੰਦਾ ਜਾਂ ਸਟੂਡੈਂਟ ਬੰਦਾ, ਕੋਈ ਵੀ ਬੰਦਾ ਆਉਂਦਾ ਹੈ ਨਾ ਜੀ, ਜੇ ਉਹਦੇ ਕੋਲ ਪ੍ਰੋਪਰ ਅੱਗੇ ਕਮਿਊਨੀਕੇਸ਼ਨ ਨਹੀਂ ਹੈਗੀ, ਕੋਈ ਪ੍ਰੋਪਰ ਟਰਸਟਵਰਦੀ ਬੰਦਾ ਨਹੀਂ ਹੈਗਾ, ਉਹਦੇ ਲਈ ਤਾਂ ਤੁਸੀਂ ਐਂ ਮੰਨ ਲਓ ਵੀ ਇੰਪੋਸੀਬਲ ਚੀਜ਼ ਆ ਵੀ ਉਹ ਆਪ ਜਾ ਕੇ ਘਰ ਲੱਭ ਲਵੇ, ਜਾਂ ਉਹ ਆਪ ਉਹ ਕਰਕੇ ਵੀ ਕਹੇ ਵੀ ਮੈਂ ਇੱਕ ਘਰ ਵਿਜ਼ਿਟ ਕਰਨ ਗਿਆ ਤੇ ਮੈਨੂੰ ਮੈਂ ਪੇ ਸਲਿੱਪ ਦਿੱਤੀ, ਇਹ ਉਹ ਕੀਤਾ ਤੇ ਫਾਰਮੈਲਿਟੀ ਪੂਰੀ ਕਰਕੇ ਮੈਨੂੰ ਘਰ ਮਿਲ ਗਿਆ, ਕਦੇ ਵੀ ਨਹੀਂ ਹੋਊਗਾ ਜੀ। ਮੈਨੂੰ ਲੱਗਦਾ ਜੇ ਤੁਸੀਂ ਹੁਣ ਵੀ ਆਪਾਂ ਅੱਜ ਬੈਠੇ ਆ, ਆਪਾਂ ਹੁਣ ਕੋਈ ਕਿਊਰੀ ਪਾ ਦਈਏ ਇੱਥੇ ਬੈਠੇ ਬੈਠੇ ਕਿਸੇ ਘਰ ਦੀ ਰੈਂਟਲ ਭਾਵੇਂ ਬਾਏ ਲਈ, ਤੁਹਾਨੂੰ ਮਿਨੀਮਮ 10 ਤਾਂ ਮਿਨੀਮਮ ਬੰਦੇ ਉੱਥੇ ਤੁਹਾਡੇ ਅੱਗੇ ਮਿਲਣਗੇ ਤੁਹਾਨੂੰ, ਠੀਕ ਹੈ ਜੀ। ਤੇ ਉਹਨਾਂ ਨੇ ਫਿਰ ਉਹਦੇ ਚੂਜ਼ ਕਰਨਾ, ਤੁਸੀਂ ਦੇਖ ਲਓ ਆਪਣੀ ਉਹਦੇ ਚਾਂਸ ਕੀ ਨੇ ਕਿ ਉਹਨਾਂ ਨੇ ਆਪਾਂ ਨੂੰ ਕਰਨਾ। ਮੈਂ ਇਹ ਅੱਖੀਂ ਦੇਖਿਆ ਹੋਇਆ, ਅਸੀਂ 10 ਤੋਂ 15 ਬੰਦੇ ਅਸੀਂ ਜਾਂਦੇ ਰਹੇ ਘਰ ਦੇਖਣ, ਠੀਕ ਹੈ। ਫਿਰ ਐਂਡਾ ਤੇ ਆ ਕੇ ਅਸੀਂ ਉਹੀ ਘਰ ਦੀ ਲੀਜ਼ ਅੱਗੇ ਵਧਾਈ, ਅਸੀਂ ਹੁਣ ਉੱਥੇ ਹੀ ਰਹਿਣਾ। ਹੁਣ ਜੀ ਮੈਂ ਤੁਹਾਨੂੰ ਆਪਣੀ ਆਪ ਖੁਦ ਦੀ ਗੱਲ ਦੱਸਦਾ ਜੀ। ਸਾਡੇ ਲੀਜ਼, ਅਸੀਂ ਰੈਂਟਲ ਘਰ ਤੇ ਰਹਿੰਦੇ ਆ ਤੇ ਸਾਡੇ ਮੇਰੇ ਫਰੈਂਡਸ ਨਾਲ ਰਹਿਣਾ ਜੀ ਮੈਂ, ਤੇ ਸਾਨੂੰ ਬਾਰ-ਬਾਰ ਉਹ ਜਿਹੜੇ ਰੈਂਟਲ ਵਾਲੇ ਨੇ ਹਰ ਵੀ ਮਤਲਬ ਕਿ ਥੋੜੇ ਟਾਈਮ ਬਾਅਦ ਕਹਿ ਦਿੰਦੇ ਜੀ ਰੈਂਟ ਵਧਾਉਣਾ, ਤੇ ਅਸੀਂ ਜੀ ਸਾਡੇ ਕੋਲ ਕੋਈ ਚੋਇਸ ਹੀ ਨਹੀਂ ਹੈਗੀ ਜੀ। ਹੁਣ ਅਸੀਂ ਕੰਮ ਛੱਡ ਕੇ ਘਰ ਦੇਖਣ ਵੀ ਗਏ ਆ ਜੀ, ਬਹੁਤ ਇੰਨਾ ਅਸੀਂ ਉਹਦੇ 'ਚ ਨੁਕਸਾਨ ਕਰਾ ਲਿਆ ਕੰਮ ਛੱਡ ਕੇ, ਜਿੰਨਾ ਸਾਨੂੰ ਘਰ ਫਿਰ ਵੀ ਨਹੀਂ ਮਿਲਿਆ ਜੀ। ਹੁਣ ਸਾਡਾ ਰੈਂਟ ਵਧਾਉਂਦੇ ਆ ਜੀ, ਅਸੀਂ ਕਹਿ ਦਿੰਦੇ ਆ ਵੀ ਕੋਈ ਚੱਕਰ ਨਹੀਂ ਹੈਗਾ, ਵੀ 15 20 25 ਹੋਰ ਆਉਣਗੇ, ਪਰ ਘਰ ਛੱਡਣਾ ਜੀ ਬਹੁਤ ਔਖਾ ਹੈ। ਅੱਜ ਦੇ ਟਾਈਮ 'ਚ PR ਸੌਖੀ ਹੈ ਜੀ, ਘਰ ਲੱਭਣਾ ਔਖਾ ਹੈ। PR ਵੀ ਔਖੀ ਹੈ। ਨਹੀਂ ਘਰ ਲੱਭਣਾ ਜ਼ਿਆਦਾ ਔਖਾ ਹੋ ਗਿਆ ਜੀ। PR ਦਾ ਤਾਂ ਸਾਡੇ ਚੱਲਿਆ ਜਾਂਦਾ ਕਾਗਜ਼ ਪੱਤਰ ਜੀ, ਹੁਣ ਘਰ ਲੱਭਣਾ ਸੜਕ ਤੇ ਰਹਿਣਾ ਵਾਲਾ ਕੰਮ ਹੋ ਗਿਆ ਜੀ ਹੁਣ। ਸਹੀ ਗੱਲ ਹੈ ਜੀ, ਜ਼ਰੂਰੀ ਹੈ ਵੀ ਨੈਸੈਸਿਟੀ ਹੈ ਲਾਈਫ ਦੀ, ਹੈ ਨਾ ਜੀ। ਛੱਤ ਹੋਣੀ ਬੰਦੇ ਤੇ, ਸਪੈਸ਼ਲੀ ਨਵਾਂ ਬੰਦਾ ਦੇਖੋ, ਜੇ ਕੋਈ ਆ ਗਿਆ ਉਹਦੇ ਕੋਲ ਕੋਈ ਚੋਇਸ ਨਹੀਂ ਹੈਗੀ, ਉਹਦਾ ਵਿਚਾਰਾ ਭਟਕਦਾ ਫਿਰੂਗਾ ਕਿ ਮੈਨੂੰ ਕੋਈ ਰੱਖ ਲਵੇ, ਜਿਹੋ ਜਿਹਾ ਰੂਮ ਮਿਲਦਾ ਕੁਝ ਵੀ। ਇੱਕ ਵੀ ਜੀ ਹੋਰ ਫਰਕ ਆਇਆ ਓਵਰ ਦਾ ਪੀਰੀਅਡ ਆਫ ਟਾਈਮ, ਤੁਸੀਂ ਵੀ ਦੇਖਿਆ ਹੋਣਾ। ਜਦੋਂ ਤੁਸੀਂ ਆਏ ਤੁਸੀਂ 5 ਜਾਂ 7 ਬੰਦੇ ਇਕੱਠੇ ਰਹਿੰਦੇ ਹੋਵੋਗੇ, ਆਪਾਂ ਵੀ ਸਾਰੇ ਮੁੰਡਿਆਂ ਨਾਲ ਰਹਿੰਦੇ ਰਹੇ ਜੀ। ਹੁਣ ਪਤਾ ਨਹੀਂ ਤਾਂ ਆਪਣੇ ਮਾਹੌਲ 'ਚ ਫਰਕ ਆ ਗਿਆ, ਪਤਾ ਨਹੀਂ ਆਪਣੇ ਸਹਿਚਾਰ 'ਚ ਫਰਕ ਆ ਗਿਆ, ਤੁਸੀਂ ਦੇਖੋਗੇ ਵੀ ਬੰਦੇ 2 ਜਾਂ 3 ਹੀ ਰਹਿੰਦੇ ਨੇ। ਨਹੀਂ ਹੁਣ ਰਹਿਣਾ ਨਹੀਂ ਚਾਹੁੰਦੇ। ਹਾਂਜੀ, ਉਹੀ ਤੁਹਾਨੂੰ ਕਹਿਣਾ ਕਿ ਉਹ ਕਹਿੰਦੇ ਨੇ ਕਿ ਅਸੀਂ ਸੈਪਰੇਟ ਰੂਮ ਲੈਣਾ, ਅਸੀਂ ਇਕੱਲੇ ਨਹੀਂ ਰਹਿਣਾ। ਕਾਸਟ ਤਾਂ ਵਧੀ ਹੋਈ ਹੈ, ਪਰ ਆਪਾਂ ਵੀ ਤਰੀਕੇ ਨਹੀਂ ਲੱਭ ਰਹੇ। ਜਦੋਂ ਤਾਂ ਸਸਤੇ ਸੀ ਉਹ ਤਾਂ ਅਸੀਂ 6 ਜਣੇ ਰਹਿੰਦੇ ਰਹੇ, ਹੁਣ ਮਹਿੰਗੇ ਹੋ ਗਏ, ਹੁਣ ਅਸੀਂ ਇਕੱਲੇ ਨਹੀਂ ਰਹਿਣਾ। ਹੁਣ ਪ੍ਰਾਈਵੇਸੀਆਂ ਹੋ ਗਈਆਂ। ਪਰ ਹੁਣ ਇੱਕ ਚੱਕਰ ਹੋ ਰਿਹਾ ਜੀ, ਲੋਕਾਂ ਦੇ ਹੁਣ ਪੇਰੈਂਟਸ ਵੀ ਆ ਰਹੇ ਆ ਜੀ, ਪ੍ਰਾਈਵੇਸੀ ਵੀ ਤਾਂ ਕਰਕੇ ਉਹ ਡਿਫਰੈਂਟ ਚੀਜ਼ ਹੈ, ਪੇਰੈਂਟਸ ਆ ਗਏ। ਚਲੋ ਕੋਵਿਡ ਤੋਂ ਬਾਅਦ ਜੀ ਹੁਣ ਸਾਰਿਆਂ ਦੇ ਪੇਰੈਂਟਸ ਆ ਰਹੇ ਨੇ ਜੀ, ਮੇਨ ਚੱਕਰ ਤਾਂ ਪੈ ਰਿਹਾ ਵੀ ਲੋਕਾਂ ਉਹਦਾ। ਚਲੋ ਜਿਹੜੇ ਪੇਰੈਂਟਸ ਆਉਂਦੇ ਉਹ ਤਾਂ ਉਹ ਨੇ ਨਾ ਜਿਹੜੇ ਲੋਕ ਇੱਥੇ 2 ਜਾਂ 3 ਸਾਲ ਤੋਂ ਹੈਗੇ ਨੇ। ਜਿਹੜੇ ਹੁਣ ਨਵੇਂ ਸਟੂਡੈਂਟ ਆਉਂਦੇ ਤੁਸੀਂ ਦੇਖੋਗੇ ਉਹ ਮਹੀਨੇ, ਮੈਂ ਬਹੁਤ ਦੇਖੇ ਨੇ, ਤੁਸੀਂ ਪੁੱਛੋਗੇ ਉਹ ਕਹਿੰਗੇ 3 ਮਹੀਨੇ ਹੋ ਗਏ ਆਇਆ ਨੂੰ, ਕਿੱਥੇ ਰਹਿੰਦੇ ਹੋ? ਉੱਥੇ ਜੀ। ਕਿਹਦੇ ਨਾਲ? ਮੇਰਾ ਵੀ ਜੀ ਸੈਪਰੇਟ ਰੂਮ ਹੈ, ਚਿੱਲ ਕਰਦੇ ਆ ਕੁਝ ਵੀ ਲਾ ਲਓ। ਚਲੋ ਚੰਗੀ ਗੱਲ ਹੈ ਪ੍ਰਾਈਵੇਸੀ ਦੀ, ਪਰ ਜਦੋਂ ਆਪਾਂ ਨੂੰ ਪਤਾ ਹੈ ਕਿ ਆਪਣਾ ਸੋਰਸ ਇੰਨਾ ਕਿ ਇਨਕਮ ਦਾ ਹੈ ਨਾ ਜੀ, ਤਾਂ ਥੋੜਾ ਜਿਹਾ ਬੰਦੇ ਨੂੰ ਕੋਆਪਰੇਟ ਕਰ ਲੈਣਾ ਚਾਹੀਦਾ। ਪਰ ਇੱਕ ਗੱਲ ਅਸੀਂ ਵੀ ਦੇਖਦੇ ਆ ਨਾ, ਹੁਣ ਚੱਲ ਆਪਾਂ ਕੈਨੇਡਾ ਤੋਂ ਮੁੰਡਿਆਂ ਦੀ ਵੀਡੀਓਜ਼ ਦੇਖਦੇ ਹਾਂ, ਆਪਾਂ ਬੇਸਮੈਂਟ ਵਗੈਰਾ ਦੀ ਗੱਲ ਕਰਦੇ ਆ, ਤੇ ਉੱਥੇ ਦੇਖਦੇ ਆ, ਪਰ ਉੱਥੇ ਤਾਂ ਹਜੇ ਵੀ ਮੁੰਡੇ ਰਹੀ ਜਾਂਦੇ ਇਕੱਠੇ, ਪਰ ਇੱਥੇ ਮੈਨੂੰ ਲੱਗਦਾ ਪੈਸੇ ਜ਼ਿਆਦਾ ਬਣ, ਪੈਸੇ ਫੈਕਟਰ ਹੋ ਸਕਦਾ। ਇੱਕ ਹੁੰਦਾ ਜੀ ਬੰਦੇ ਨੂੰ ਦਿਖਦਾ ਹੁੰਦਾ ਕਿ ਇੱਥੇ ਨਹੀਂ, ਉਹ ਕਿਉਂਕਿ ਫਿਰ ਸੁਪਨੇ ਦਿਖਾਏ ਜਾਂਦੇ ਨੇ ਨਾ ਇੰਡੀਆ ਤੋਂ, ਰਿਐਲਿਟੀ ਤਾਂ ਕੋਈ ਉਰੇ ਆ ਕੇ ਬੰਦਾ ਫੇਸ ਕਰਦਾ। ਜਦੋਂ ਤੋਂ ਸਟੂਡੈਂਟ ਜਿਹੜਾ ਆਉਂਦਾ ਜੀ ਉਹਨੂੰ ਦੱਸਦਾ, ਹੁਣ
ਤੁਹਾਡੇ ਤੇ ਚਲੋ ਕਈ ਚੈਨਲਾਂ ਤੇ ਆਉਂਦੇ ਹੀ ਨੇ ਜੀ, ਜੀ। ਕਿ ਇੰਨੇ ਡਾਲਰ ਬਣਦੇ ਨੇ ਜੀ ਜੀ। ਇੰਨੇ ਘੰਟੇ ਦੇ ਬਣਦੇ ਨੇ ਜੀ, ਉਹ ਸੱਚਾਈ ਨਹੀਂ ਨਾ ਹੈਗੀ। ਜੀ, ਜੀ, ਜੀ। ਤੁਸੀਂ ਸਕ੍ਰੈਚ ਤੋਂ ਸ਼ੁਰੂ ਕਰਨਾ ਇੱਥੋਂ ਆ ਕੇ, ਤੁਹਾਡੇ ਕੋਲ ਕੀ ਸਕਿੱਲ ਹੈ। ਜੀ। ਇੱਕ ਪਲੱਸ ਆਪਾਂ ਸਾਰੇ ਹੀ ਆ, ਅਸੀਂ ਪਲੱਸ 2 ਤੋਂ ਬਾਅਦ ਆ ਗਏ Plus two ਵਾਲੇ। ਜੀ। ਪਲੱਸ 2 ਵਾਲੇ ਬੰਦੇ ਕੋਲ ਕੀ ਸਕਿੱਲ ਹੈ ਜੀ? ਕੋਈ ਸਕਿੱਲ ਨਹੀਂ। ਇੱਕੋ ਪੜ੍ਹਾਈ ਹੈ ਜਿਹਦੀ ਉਰੇ ਪਤਾ ਨਹੀਂ ਵੈਲਿਊ ਹੈਗੀ ਵੀ ਹੈ ਕਿ ਨਹੀਂ। ਤੁਹਾਡੇ ਕਾਲਜ ਨੇ ਐਕਸੈਪਟ ਕਰ ਲਿਆ, ਇੰਨਾ ਹੀ ਬਹੁਤ ਆ। ਤੁਸੀਂ ਉਰੇ ਆ ਕੇ ਲੇਬਰ ਤੋਂ ਸ਼ੁਰੂ ਕਰਦੇ ਹੋ, ਹੌਲੀ ਹੌਲੀ ਸਕਿੱਲ ਡਿਵੈਲਪ ਕਰਦੇ ਹੋ, ਤੁਸੀਂ ਅੱਪ ਜਾਂਦੇ ਹੋ, ਹੈ ਤੁਹਾਡੀ ਇਨਕਮ ਵੱਧਦੀ ਹੈ, ਚਲੋ ਉਹ ਚੀਜ਼ਾਂ ਫੇਰ ਨੇ। ਪਰ ਜਿਹੜਾ ਬੰਦਾ ਇੰਡੀਆ ਤੋਂ ਆਉਂਦਾ ਉਹਨੂੰ ਪਹਿਲਾਂ ਹੀ ਦੱਸ ਉਹਦੇ ਮਾਈਂਡ 'ਚ ਬਿਠਾ ਦਿੱਤਾ ਜਾਂਦਾ ਵੀ ਇੰਨੇ ਡਾਲਰ ਇੰਨੇ ਘੰਟੇ ਦੇ ਇੰਨੇ ਪੈਸੇ ਬਣਦੇ ਨੇ, ਤੇਰੇ ਤਾਂ ਜ਼ਿੰਦਗੀ ਸੈੱਟ ਆ। ਜੀ। ਉਹ ਚੜਿਆ ਹੁੰਦਾ ਵਿਚਾਰਾ ਜੀ ਉਰੇ ਕੇ ਸਟਰਗਲ ਇਹਦੇ ਕਰਦਾ ਹੈ। ਪਿੱਛੇ ਜੀ ਮੈਨੂੰ ਇਹ ਰੀਜ਼ਨ ਇੱਕ ਹੋਰ ਲੱਗਦਾ ਜੀ, ਹੁਣ ਪੈਸੇ ਆਸਾਨੀ ਨਾਲ ਬਣਨ ਲੱਗੇ ਜੀ। ਜਦੋਂ ਅਸੀਂ Option ਆਏ ਬਣ ਸੀ ਜੀ, ਅਸੀਂ 40 ਘੰਟੇ ਕੰਮ ਕਰਨਾ ਤੇ ਸਾਨੂੰ ਇਹ ਹੁੰਦਾ ਸੀ ਵੀ ਪਤਾ ਨਹੀਂ ਕੀ ਕਰ ਲਿਆ ਜੀ, ਹੈ ਨਾ। ਰੁਪਈਆ ਬਣਦਾ 800 ਵੀ ਜ਼ੋਰ ਲੱਗ ਗਿਆ। ਬਾਜ਼ਾਰ ਵਾਲਾ ਤਾਂ ਕੀ ਕਹਿੰਦੇ ਚੱਲ ਕਿੰਨੀ ਉਹ ਤਾਂ ਬਣਦਾ ਹੀ ਨਹੀਂ ਸੀ ਜੀ। ਚਾਰ ਲੱਖ ਵਾਲਾ ਮਾਲ ਹੁਣ ਜੀ ਬੰਦੇ ਨੂੰ ਹੌਸਲਾ ਹੋ ਜਾਂਦਾ ਜੇ ਕਿਸੇ ਵੀਕ $1000 ਬਣ ਗਿਆ ਨਾ ਕਿਸੇ ਟਾਈਮ ਜਦੋਂ ਕਈ ਤੇ ਹੁਣ ਛੁੱਟੀਆਂ ਜੀ- ਚੱਲਦੀਆਂ ਨੇ ਹੋਰ। ਹੁਣ ਆਪਣਾ Source ਵੀ ਬਹੁਤ- ਉਬਰ ਈਟਸ ਆ ਗਈ ਜੀ। ਹਾਂਜੀ। ਉਬਰ ਈਟਸ ਨੇ ਹੁਣ ਆਉਂਦੇ ਆ ਜੀ, ਜਿੱਥੇ ਫੀਸ ਭਰਨੀ ਆ 3000 ਗੱਡੀ ਦੇ ਮੰਗਾ ਲੈਣੇ ਘਰਦਿਆਂ ਤੋਂ। ਤੇ ਮੈਂ ਕਹਿੰਦਾ ਜੀ ਉਬਰ ਈਟਸ ਦੇ ਮਿਨੀਮਮ ਵੀ ਉਰੇ ਬਹੁਤ ਵਧੀਆ ਪੈਸੇ ਬਣਦੇ ਆ ਜਿਹੜੇ ਚਲਾਉਂਦੇ ਆ ਜੀ। ਉਬਰ ਵਾਲੇ ਉਹਦੇ ਵਾਸਤੇ ਵੀ ਗੱਲ ਕਰਾਂਗੇ, ਉਹਦੇ ਵਾਸਤੇ ਉਹ ਲੈਦਾ ਸਵਾਲ ਹੈਗਾ ਉਹਦੇ ਵਾਸਤੇ। ਖੁੱਤਾ ਨਹੀਂ ਚਲਾਉਂਦੇ। ਉਬਰ ਈਟਸ ਕਹਿ ਰਿਹਾ ਜੀ ਮੈਂ, ਉਬਰ ਈਟਸ ਉਹਨੇ ਤਕਰੀਬਨ ਦੋਨੇ ਹੀ ਸਹੀ ਵੀ ਚੀਜ਼ ਹੈ। ਐਕਸ ਤਾਂ ਬਾਅਦ ਚ, ਐਕਸ ਤਾਂ ਅਸੀਂ ਵੀ ਚਲਾਉਂਦੇ ਸੋਰਸ ਆਫ ਰਹੇ ਇਨਕਮ ਹੈ ਨਾ, ਉਹ ਤਾਂ ਕੁਝ ਵੀ ਹੋਇਆ। ਪਰ ਹੁਣ ਤਾਂ ਜੀ ਡਰਾਈਵਰ ਨੂੰ ਕਹਿੰਦੇ ਕੋਈ HR ਦਾ ਡਰਾਈਵਰ ਹੈ ਜੀ, ਲੱਗਣਾ ਹੀ ਨਹੀਂ ਟਰੱਕ ਤੇ, ਉਹਨੇ ਵੀ 1500 ਉੱਥੇ ਬਣਨਾ ਹੈ, ਕਹਿੰਦਾ 1800 ਉਬਰ ਈਟਸ ਬਣਾ ਲਓ। ਬਣਾ ਲੈਣਾ। ਸਹੀ ਗੱਲ ਹੈ। ਨਾਲੇ ਫੋਨ ਤੇ 24 ਘੰਟੇ। ਮੇਰੇ ਜੀ ਦੋਸਤ ਸੀ ਉੱਥੇ ਸਿਡਨੀ ਜੀ। ਵਧੀਆ ਗੱਡੀਆਂ ਜੀ ਉਹਨਾਂ ਕੋਲ, ਇੰਟਰਸਟੇਟ ਕੰਮ ਕਰਦੇ ਸੀ ਜੀ ਉਹ ਵਧੀਆ ਵੀ ਬਾਵਾ ਟਾਈਮ ਹੋ ਗਿਆ ਉਹ ਜੀ ਆਪ ਉਬਰ ਈਟ ਚਲਾਉਣ ਲੱਗੇ ਹੁਣ। ਫਲੈਕਸੀਬਿਲਿਟੀ ਵੀ ਹੈ ਜੌਬ ਦੀ, ਜਦੋਂ ਮਰਜ਼ੀ ਸਟਾਰਟ Job ਵੀ, ਹਾਂਜੀ। ਮੈਨੂੰ ਲੱਗਦਾ ਉਹ ਇੰਟਰਸਟੇਟ ਵਾਲੇ ਛੱਡ ਕੇ ਜੀ ਹੁਣ ਉਹ ਚਲਾ ਰਹੇ $3000 ਦੇ ਸਕਰੀਨਸ਼ਾਟ ਭੇਜਦੇ ਆ ਜੀ ਮੇਰੇ ਫੋਨ 'ਚ ਪਏ ਨੇ ਸਕਰੀਨਸ਼ਾਟ ਉਹਨਾਂ ਦੇ। ਉਬਰ ਈਟ ਵਾਲੇ ਉਬਰ ਈਟ ਵਾਲਿਆਂ ਦੇ ਜੀ ਹਾਂਜੀ। 2800 2900 ਬਣਦਾ ਜੀ। ਪ੍ਰੋਮੋਸ਼ਨਸ ਦੇ ਰਹੀ ਹੈ ਨਾ ਬਹੁਤ, ਤਾਂ ਕਰਕੇ। ਪਰ ਫਿਰ ਉਹੀ ਗੱਲ ਆ ਗਈ ਨਾ, ਇਨਕਮ ਤਾਂ ਆ ਗਈ ਉਹ, ਪਰ ਜਿਹੜੇ ਖਰਚੇ ਨੇ ਜੋ ਤੁਸੀਂ ਐਂਡ ਤੇ ਜਾਂਦੇ ਹੋ ਹੂੰ। ਤੁਸੀਂ ਉੱਥੇ ਹੀ ਭਿੜਦੇ ਹੋ ਜਾ ਉੱਥੇ ਕੇ ਕੀ ਆ ਜਾਂਦੇ ਚਾਹੇ ਜਿੰਨੇ ਮਰਜ਼ੀ। ਪਰ ਆਪਣਾ ਜਿਹੜਾ ਮਾਈਂਡ ਆ ਮੈਨੂੰ ਲੱਗਦਾ ਉਹ ਜ਼ਿਆਦਾ ਦੇਖਦਾ ਕੀ ਹੈ, ਪਹਿਲਾਂ ਪੈਸੇ ਦੇਖ ਲੈਂਦਾ। 50 ਨਾਲ ਮਲਟੀਪਲਾਈ ਕਰ ਲੈਂਦੇ ਗੁਣਾ ਕਰ ਲੈਂਦੇ ਆ। 1.5 ਲੱਖ ਕਹਿੰਦੇ ਨਾ ਉਹ ਵੀ ਨਹੀਂ, ਇੱਕ ਆਪਣੇ ਮਾਈਂਡ 'ਚ ਬਹਿ ਗਿਆ ਵੀ 3000 ਬਣ ਗਏ ਹਨਾ, ਇਹ ਵੀਕ ਦਾ ਆ ਰਿਹਾ ਹੈ, ਬਸ। ਪਰ ਆਪਾਂ ਉਹ ਭੁੱਲ ਜਾਂਦੇ ਵੀ ਆਪਾਂ ਖਰਚੇ ਕਿੰਨੇ ਕਰ ਰਹੇ ਹਾਂ। ਪਰ ਇੱਕ ਪ੍ਰੋਬਲਮ ਵੀ ਹੈ ਜਦੋਂ ਵੀ ਜਿਵੇਂ ਆਪਾਂ ਇੰਡੀਆ ਦੱਸ ਦਿੰਦੇ ਆ ਹਾਂਜੀ। ਜਿਵੇਂ ਘਰਦਿਆਂ ਨੂੰ ਵੀ ਮੈਂ ਆਹ ਹਫਤੇ ਮੇਰਾ 250 ਬਣ ਗਿਆ ਤੇ ਘਰਦਿਆਂ ਨੇ ਮੰਮੀ ਨੇ ਡੈਡੀ ਨੇ ਜਦੋਂ ਕੈਲਕੂਲੇਟ ਕਰਕੇ ਵੀ ਹੁਣ ਤਾਂ ਰੇਟ ਵੀ 55 ਦਾ ਚੱਲਦਾ, ਉਹ ਵੀ ਪਲਾਨ ਪਹਿਲਾਂ ਬਣਾ ਲਿਆ ਕਿ ਵੀ ਫਿਰ ਇਸ ਵਾਰੀ ਆ ਲੈਣਾ। 1.5 ਲੱਖ ਵੀ ਟਪਾਤਾ। ਸਹੀ ਗੱਲ ਹੈ ਜੀ। ਉਹਨਾਂ ਨੇ ਕਹਿਤਾ ਵੀ 2800 ਹਫਤੇ ਦਾ ਤੇ 6000 ਤੇ 12000 ਮਹੀਨੇ ਦਾ, ਇੱਕ ਮਹੀਨੇ ਚ ਉਹਦੀ ਫੀਸ ਨਿਕਲ ਗਈ। ਜੀ ਇਹ ਹਿਸਾਬ ਦਾ ਜੀ ਇਹ ਤਾਂ ਕਰੋੜਾਂ 'ਚ ਭਿੜਦੇ ਆ ਪਰ ਬਚਦਾ ਲੱਖ ਵੀ ਨਹੀਂ ਜੇਬ 'ਚ। ਗੱਲ ਤਾਂ ਉਹੀ ਗੱਲ ਉਹਨਾਂ ਹੈ। ਦੇ ਹਿਸਾਬ ਨਾਲ ਫਿਰ ਉਹ ਫੈਕਟ ਹੈ ਨਾ ਜੀ ਮਹਿੰਗਾਈ ਦਾ। ਵੀ ਇੱਕ ਮਹੀਨੇ ਚ ਫੀਸ ਨਿਕਲ ਗਈ 12000 ਉਹ ਤਾਂ ਖਰਚਾ ਹੋ ਖਰਚਾ ਹੋਣਾ। ਗਿਆ ਤੇ ਉਹਦੇ 30 30 ਮਹੀਨੇ ਲੱਖ ਰੁਪਇਆ ਭੇਜ ਦੇਵੇ ਸਾਲ ਦਾ ਬਸ। 30 ਮਹੀਨੇ ਇੱਟਾ ਸਟਾ ਲੈਂਦੇ ਆ ਉਹ। ਸਹੀ ਉਹੀ ਗੱਲ ਰੋਟੀ ਪਾ ਲਈਏ। ਹੈ, ਪੁੱਛ ਕੇ ਦੇ ਵੀ ਨਹੀਂ। ਉਹਦਾ ਪਤਾ ਵੀ ਨਹੀਂ ਲੱਗਦਾ ਹੈਗਾ। ਸਹੀ ਹੈ, ਉਹ ਪਹਿਲਾਂ ਪਲਾਨ ਕਰ ਲੈਂਦੇ ਨਹੀਂ ਕਿਉਂਕਿ ਆਪਾਂ ਫਿਰ ਉਹੀ ਗੱਲ ਉਹਨਾਂ ਨੂੰ ਵੀ ਦਿਖਾਤਾ ਨਾ ਆਪਾਂ ਨੇ ਵੀ ਅਸੀਂ ਆਹ ਕਮਾਉਣ ਲੱਗ ਗਏ। ਜੀ। ਉਹਨਾਂ ਨੇ ਉਸ ਹਿਸਾਬ ਜਿੱਦਾਂ ਤੁਸੀਂ ਕਹਿੰਦੇ ਮਲਟੀਪਲਾਈ ਕਰਕੇ ਦੇਖ ਲਿਆ ਵੀ ਚਲੋ ਇੰਨਾ ਕਿਹਦਾ ਬੱਚੇ ਦਾ ਖਰਚਾ ਆਉਣਾ ਸਾਡੇ ਦਾ, ਜਿਵੇਂ 10 ਦਾ ਰਹਿਣ ਸਹਿਣ ਦਾ ਆਹ ਫੀਸ ਇਹਨੇ ਕੱਟ ਲਈ, ਚਲੋ ਫਿਰ ਤਾਂ ਇਸ ਵਾਰੀ ਠੀਕ ਹੈ ਚੰਗਾ ਹੈ, ਇਸ ਵਾਰੀ ਸਿੱਟ ਲਈ ਇੱਟਾਂ ਫਿਰ ਅਗਲੀ ਵਾਰੀ ਸ਼ੁਰੂ ਕਰ ਲਾਂਗੇ, ਅਗਲੇ ਸਾਲ ਪੂਰਾ ਫਿਰ ਵਿਆਹ। ਆਹੀ ਚੱਲਦਾ ਹੀ ਬਸ। ਪਰ ਇੱਕ ਹੋਰ ਕਾਰਨ, ਇੱਕ ਹੋਰ ਚੀਜ਼ ਵੀ ਹੈਗੀ ਆ। ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਹੁਣ ਪੰਜਾਬ ਤੋਂ ਬਹੁਤ ਬੜਾ ਪੱਤਰਕਾਰ ਆਇਆ ਸੀ ਹਾਂਜੀ, ਕਰਕੇ, ਹਾਂਜੀ। ਸਾਡਾ ਸੀਨੀਅਰ ਆ ਹਾਂਜੀ ਤੇ ਮੈਂ ਬਾਈ ਨੂੰ ਸਵਾਲ ਪੁੱਛਿਆ ਹਾਂਜੀ। ਤੇ ਚਲੋ ਪਤਾ ਹੀ ਹੋਣਾ ਸਾਰਿਆਂ ਨੂੰ ਕਿਹਦੇ ਬਾਰੇ ਗੱਲਬਾਤ ਕਰ ਰਹੇ ਹਾਂ। ਹਾਂਜੀ, ਹਾਂਜੀ। ਤੇ ਉਹ ਕਹਿ ਰਹੇ ਵੀ ਆਸਟ੍ਰੇਲੀਆ ਦੇ ਵਿੱਚ $90 ਘੰਟੇ ਦੇ ਭਾਂਡੇ ਧੋਣ ਦੇ ਮੁੰਡੇ ਕਮਾ ਰਹੇ ਨੇ। ਤੇ ਬਾਈ ਉਹ ਆਸਟ੍ਰੇਲੀਆ ਆਇਆ ਤੇ ਉਹਨੂੰ ਮੈਂ ਸਵਾਲ ਪੁੱਛਿਆ, ਮੈਂ ਕਿਹਾ ਮੈਨੂੰ ਬੰਦਾ ਦਿਖਾ ਜਿਹੜਾ $90 ਘੰਟੇ ਦੇ ਭਾਂਡੇ ਧੋ ਕੇ ਕਮਾ ਰਿਹਾ। ਹਾਂਜੀ। ਤੇ ਸਿਰਫ ਇੱਕ ਮੈਂ ਛੋਟਾ ਜਿਹਾ ਪੋਸਟ ਪਾਇਆ ਸੀ ਹਾਂਜੀ। ਤੇ ਉਹ ਮੈਨੂੰ ਫੋਨ ਕਰਕੇ ਕਲੈਰੀਫਾਈ ਕਰਨਾ ਪਿਆ ਉਹਨੂੰ ਕਰਕੇ ਵੀ ਉਹ ਏਜੰਟ ਦੀ ਗਲਤੀ ਸੀਗੀ, ਤੁਹਾਡੀ ਅਖਬਾਰ ਦੇ ਵਿੱਚ ਛਪਿਆ ਹੋਇਆ ਸੀਗਾ, ਸਾਡੇ ਅਖਬਾਰ 'ਚ ਛਪਿਆ ਹੋਇਆ ਸੀ। ਇੰਟਰਵਿਊ ਕਰਨ ਦੇ ਲੱਖਾਂ ਰੁਪਏ ਲੈ ਲਏ ਪਰ ਫੈਕਟ ਚੈੱਕ ਨਹੀਂ check ਹੋਇਆ, ਹਾਂਜੀ। ਤੁਸੀਂ ਫੈਕਟ ਚੈੱਕ ਕਰਨੇ ਚਾਹੀਦੇ ਸੀ ਨਾ, ਤਾਂ ਹੀ ਹੁਣ ਮੈਂ ਕੋਈ ਚੀਜ਼ ਬੋਲ ਦਿੰਦਾ, ਹਾਂਜੀ। ਠੀਕ ਹੈ, ਜੇ ਮੈਂ ਕੁਝ ਬੋਲਦਾ ਤਾਂ ਜ਼ਿੰਮੇਵਾਰੀ ਤਾਂ ਮੇਰੀ ਬਣਦੀ ਤੁਹਾਡੀ ਹੈ। ਜੋ ਵੀ ਬਣਦੀ, ਚੀਜ਼ ਹੁਣ ਜੇ ਅਸੀਂ ਤੁਹਾਡੇ ਸਾਹਮਣੇ ਬੈਠ ਕੇ ਕੁਝ ਬੋਲਦੀ ਕ੍ਰੋਸ ਕੁਐਸਚਨਿੰਗ ਜੀ ਤੁਸੀਂ ਕਰਨੀ ਹੈ ਜੀ ਇਹਨੂੰ। ਬੇਬੇ ਹੁਣ ਆਪਾਂ ਸਾਰੇ ਆ, ਤੁਸੀਂ ਵੀ ਇੱਥੇ ਸ਼ੁਰੂ ਤੋਂ ਆਏ ਹੋ, ਇਸ ਸਕ੍ਰੈਚ ਤੋਂ ਸ਼ੁਰੂ ਕੀਤਾ, ਸਾਰਿਆਂ ਨੇ ਕੀਤਾ। ਸਾਰਿਆਂ। ਆਪਣੇ ਜੋ ਕੋਈ ਨਹੀਂ ਹੋਣਾ ਜਿਹਨੇ ਭਾਂਡੇ ਨਹੀਂ ਧੋਏ, ਜੀ ਸਾਰਿਆਂ ਨੇ ਧੋਏ ਆ। ਜੀ ਅੱਜ ਆਪਾਂ ਨੂੰ ਚਲੋ ਆਪਾਂ ਨੂੰ ਸ਼ਾਇਦ ਭਾਂਡੇ ਧੋਣਾ ਉਹ ਰੈਸਟੋਰੈਂਟ ਹੋਣ ਕਈਆਂ ਦੇ ਆਪਣੇ ਚੋਂ, ਜੀ ਜੀ ਜਿਹਦਾ ਰੈਸਟੋਰੈਂਟ ਆ ਜੀ ਉਹਨੂੰ ਪਤਾ ਕਿ ਮੈਂ ਕਿੰਨੇ ਪੇ ਕਰ ਰਹੇ, ਤੁਸੀਂ ਰਿਐਲਿਟੀ ਜਾ ਕੇ ਚੈੱਕ ਕਰਦੇ ਹੋ, ਜੀ। ਠੀਕ ਹੈ ਪੇ ਰੇਟ ਵੱਧ ਗਏ, ਵਧੀਆ ਗੁੱਡ ਪੇ ਹੋਣ ਲੱਗੀ, ਵਧੀਆ ਗੱਲ ਆ ਉਹ। ਜੀ। ਉਹ 25 ਤੋਂ 30 ਦੇ ਵਿੱਚ ਰਹਿੰਦੀ ਹੈ, ਜੀ। ਠੀਕ ਹੈ ਜੀ।
ਪਰ ਜਿਹੜਾ ਬੰਦਾ ਕਹਿੰਦਾ ਵੀ $90 ਘੰਟੇ ਦੇ 90 ਦਾ ਜੀ ਫਿਰ ਤਾਂ ਬਹੁਤ ਸਾਰੇ I think ਪੰਜ ਮੈਨੂੰ ਲੱਗ ਲੱਗਦਾ ਨਹੀਂ ਕੋਈ ਇੱਕ ਅੱਧੀ ਜੋਬ ਹੀ ਹੋਣੀ ਬਹੁਤ ਹਾਈ ਕੁਆਲੀਫਾਈ ਜੋਬ ਉਹ ਵੀ ਇੱਕ ਵਾਰ ਜਿਵੇਂ ਕਿ ਆਪਾਂ- ਜੇ ਏਜੰਟ ਨੇ ਕਹਿ ਤਾ ਉਹਨੂੰ ਵੀ ਚਾਹੀਦਾ ਹੈ ਨਾ ਜੀ, ਇਕੱਲਾ ਪੱਤਰਕਾਰ ਨਹੀਂ ਮੈਂ ਕਹਿੰਦਾ ਵੀ ਗਲਤ ਹੈ, ਪਰ ਏਜੰਟ ਨੂੰ ਵੀ ਚਾਹੀਦਾ ਵੀ ਏਜੰਟ ਦਾ ਉਹ ਤਾਂ ਖੁੱਲਾ ਹੀ ਚੱਲਦਾ ਉਹਦਾ। ਉੱਥੇ ਵੀ ਜੀ ਉੱਥੇ ਲੋਕ ਬਹੁਤ ਉਮੀਦਾਂ ਲਾ ਕੇ ਬੈਠੇ ਰਹੇ ਨੇ, ਕਈ ਲੋਕਾਂ ਨੂੰ ਵਿਚਾਰਿਆਂ ਨੂੰ ਹੈਗਾ ਕਿ ਅਸੀਂ ਵੈਸੇ ਕਿਸੇ ਤਰ੍ਹਾਂ ਨਿਕਲ ਜੀ ਇੱਥੋਂ ਜੀ। ਜਾਂ ਵੀ ਹਾਂ ਸਾਡਾ ਫਿਊਚਰ ਵਧੀਆ ਹੋ ਜਾਊਗਾ। ਔਖਾ ਹੈਗਾ ਵੀ ਇਹ ਲੋਕਾਂ ਨੂੰ ਹੈ ਨਾ ਜੀ, ਚਲੋ ਆਉਣਾ ਚਾਹੀਦਾ ਸਾਰਿਆਂ ਨੂੰ, ਆਪਾਂ ਆਏ ਆ ਸਾਰੇ ਆਉਣਾ ਚਾਹੀਦਾ, ਪਰ ਉਹ ਗਲਤ ਗੱਲ ਹੈ ਵੀ ਆਪਾਂ ਕਿਸੇ ਨੂੰ ਝੂਠੀ ਉਮੀਦ ਦਿਖਾ ਦਈਏ ਕਿ ਉੱਥੇ $90 ਘੰਟੇ ਦੇ ਬੰਦੇ ਭਾਂਡੇ ਧੋਂਦੇ ਹੈ ਨਾ ਜੀ, ਉਹ ਟੋਟਲੀ ਰੌਂਗ ਆ। ਜਿਹਨੇ ਵੀ ਕਿਹਾ ਨਹੀਂ, ਇਹ ਕੋਈ ਸੱਚਾਈ ਦੇ ਨੇੜੇ ਤੇੜੇ ਵੀ ਨਹੀਂ। ਇੱਕ ਹੋਰ ਚੀਜ਼ ਹੈ, ਜਿਵੇਂ ਤੁਸੀਂ ਕਿਹਾ 7-8 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ, ਹਾਂਜੀ। ਉਬਰ ਆਉਣ ਤੋਂ ਥੋੜਾ ਜਿਹਾ ਪਹਿਲਾਂ ਆਏ ਹੋਣੇ ਹੋ ਤੁਸੀਂ। ਹਾਂਜੀ ਵੀਰ ਜੀ, ਉਹਦੇ ਆਸ-ਪਾਸ ਕਰਕੇ ਹਾਂਜੀ, ਉਹ ਅਗਲੇ ਸਾਲ ਆਈ, ਉਦੋਂ 15 ਚ ਸ਼ੁਰੂ ਹੀ ਹੋਈ ਆ। ਤੁਹਾਨੂੰ ਥੋੜਾ ਜਿਹਾ ਮਾਹੌਲ ਪਤਾ ਉਹ ਤੋਂ ਪਹਿਲਾਂ। ਹੁਣ ਪ੍ਰੋਬਲਮ ਕੀ ਆ, ਹੁਣ ਇਹ ਚਾਹੇ ਮੁੰਡੇ ਇਕੱਠੇ ਨਹੀਂ ਰਹਿੰਦੇ, ਹਾਂਜੀ, ਹਾਂਜੀ। ਚਾਹੇ ਮਤਲਬ ਸ਼ੇਅਰਿੰਗ ਦੇ ਵਿੱਚ ਨਹੀਂ ਰਹਿੰਦੇ। ਹੁਣ ਪ੍ਰੋਬਲਮ ਕੀ ਹੋ ਗਈ, ਜਿਹੜੀ ਚੀਜ਼ ਮੈਂ ਦੇਖੀ ਆ, ਇੱਕ ਸਹਿਣਸ਼ੀਲਤਾ ਦਾ ਬਹੁਤ ਬੜਾ ਜੀ ਕਹਿੰਦੇ ਹੁੰਦੇ ਆ ਗਿਰਾਵਟ ਆਈ ਆ। ਇਹ ਹੁਣ ਕਿਉਂਕਿ ਸਾਡਾ ਕੰਮ ਖੁੱਲੀਆਂ ਗੱਲਾਂ ਬਾਤਾਂ ਕਰਨ ਦਾ ਸੀ, ਕੋਈ ਟੌਪਿਕ ਦਾ ਸਾਡਾ ਵੀ ਫਿਕਸ ਨਹੀਂ, ਨਹੀਂ ਹੁੰਦਾ। ਠੀਕ ਜੋ ਹੈ। ਆਮ ਇੱਥੇ ਚੱਲ ਰਿਹਾ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ। ਹਾਂਜੀ। ਜੇ ਕਿਸੇ ਨੂੰ ਲੱਗਦਾ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ, ਉਹ ਸਾਨੂੰ ਸੰਪਰਕ ਕਰੇ, ਸੀ ਉਹਦਾ ਪੱਖ ਰੱਖ ਲਾਂਗੇ। ਹਾਂਜੀ, ਹਾਂਜੀ। ਤੇ ਇੱਕ ਸਹਿਣਸ਼ੀਲਤਾ ਦਾ ਬਹੁਤ ਫਰਕ ਆਇਆ ਮੈਨੂੰ ਲੱਗਦਾ ਜਦੋਂ ਤੋਂ ਉਬਰ ਆਈ ਆ। ਹਾਂਜੀ। ਤੇ ਜਾਂ ਉਸ ਤੋਂ ਬਾਅਦ, ਜਾਂ ਮੈਨੂੰ ਲੱਗਦਾ ਹੁਣ ਪਤਾ ਨਹੀਂ ਉਬਰ ਨੇ ਇਹ ਸਾਰੀਆਂ ਚੀਜ਼ਾਂ ਨੇ ਹਾਂਜੀ। ਕਹੇ ਜਾਂ ਇੰਪੈਕਟ ਪਾਇਆ ਮੁੰਡਿਆਂ ਦੇ ਉੱਤੇ। ਉਹ ਮੁੰਡੇ ਜਿਹੜੇ ਹੁਣ ਨਵੇਂ ਆ ਰਹੇ ਨੇ, ਉਹ ਕਿਸੇ ਤੋਂ ਓਏ ਕਹਾ ਕੇ ਰਾਜੀ ਨਹੀਂ ਹੈਗੇ। ਉਹ ਫਿਰ ਵੀਰ ਜੀ ਉਹਦਾ ਕਾਰਨ ਪਹਿਲਾਂ ਤਾਂ ਇਹੀ ਹੈ ਵੀ ਉਹਨਾਂ ਕੋਲ ਆਪਸ਼ਨ ਹੈ। ਪਤਾ ਕਿ ਅਸੀਂ ਕਹਾਂਦਾ ਤਾਂ ਉਹ ਬੰਦਾ ਜਿਹਨੂੰ ਪਤਾ ਕਿ ਮੈਂ ਹੁਣ ਜੌਬ ਲੱਭਣ ਜਾਣਾ, ਜੇ ਯਾਰ ਇੱਥੋਂ ਛੱਡੀ ਗਈ ਜੌਬ ਤਾਂ ਕਿਤੇ ਹੋਰ ਕਰਨੀ, ਉਹ ਵੀ ਅੰਡਰ ਹੀ ਕਰਨੀ ਕਿਸੇ ਦੇ। ਜੀ। ਇਹਦੇ ਵਿੱਚ ਸੌਟ ਆਊਟ ਤੁਸੀਂ ਆਪਦੇ ਮਾਲਕ ਆਪ ਹੋ, ਫਲੈਕਸੀਬਲ ਹੋ, ਤੁਹਾਨੂੰ ਰੋਸਟਰ ਨਹੀਂ ਫੋਲੋ ਕਰਨਾ, ਕੋਈ ਰਿਕੁਐਸਟ ਨਹੀਂ ਕਰਨੀ ਛੁੱਟੀ ਲਈ, ਕੁਝ ਹੋਰ ਨਹੀਂ ਕਰਨਾ, ਜਦੋਂ ਜੀ ਕਰੇ ਆਫ ਕਰ ਲਿਆ, ਘਰੇ ਆ ਗਏ। ਠੀਕ ਹੈ ਜੀ, ਇਨਕਮ ਵਧੀਆ, ਨੋ ਡਾਊਟ, ਸਾਰੇ ਆਪਾਂ ਨੂੰ ਪਤਾ ਹੀ ਹੈ ਵਧੀਆ ਚੱਲ ਰਿਹਾ ਹੈ, ਲੋਕਾਂ ਉਹਨਾਂ ਦਾ ਕੰਮ ਵੀ ਵਧੀਆ ਹੈ, ਕੋਈ ਕੰਮ ਤਾਂ ਮਾੜਾ ਹੈਗਾ ਹੀ ਨਹੀਂ। ਪਰ ਉਹਦੇ 'ਚ ਕਿਉਂਕਿ ਉਹਨਾਂ ਨੂੰ ਕੋਈ ਕਹਿਣ ਵਾਲਾ ਨਹੀਂ ਹੈਗਾ, ਕੋਈ ਉੱਪਰ ਮੈਂਟਰ ਨਹੀਂ ਹੈਗਾ ਉਹਨਾਂ ਦੇ। ਜੀ। ਠੀਕ ਹੈ ਜੀ, ਕਿ ਹਾਂ ਜੀ ਵੀ ਓਕੇ ਜੀ ਤੁਹਾਡੀ ਆਹ ਸ਼ਿਫਟ ਹੈ ਜੀ, ਇੰਨੇ ਵਜੇ ਤੱਕ ਆ ਜਾਓ, ਤੁਸੀਂ ਆਹ ਸਹੀ ਨਹੀਂ ਕੀਤਾ। ਠੀਕ ਹੈ ਜੀ, ਅਨਲੈਸ ਕੋਈ ਕੰਪਲੇਂਟ ਹੁੰਦੀ ਹੈ ਤਾਂ ਉਹ ਆਨਸਰੇਬਲ ਨੇ, ਨਹੀਂ ਤਾਂ ਉਹ ਕਿਸੇ ਨੂੰ ਆਨਸਰੇਬਲ ਨਹੀਂ। ਜੀ। ਠੀਕ ਹੈ ਜੀ, ਇੱਕ ਨਵੀਂ ਚੀਜ਼ ਸੀ ਉਦੋਂ ਲੋਕਾਂ ਨੇ, ਇਵਨ ਕਿ ਕਸਟਮਰਾਂ ਨੂੰ ਵੀ ਵਧੀਆ ਹਨਾ ਆਇਆ ਟੈਕਸੀ ਤੋਂ ਬਾਅਦ। ਪਹਿਲਾਂ ਟੈਕਸੀ ਸੀ ਇਕੱਲੀ, ਆਪਸ਼ਨ ਨਹੀਂ ਸੀਗੀ, ਵਧੀਆ ਚੀਜ਼ ਹੋਈ ਕਿ ਆਪਸ਼ਨ ਵੱਧ ਗਈ। ਪਰ ਉਹਨੇ ਆਪਣੇ ਜਿਹੜੇ ਮੁੰਡੇ ਸੀ, ਨਵੇਂ ਮੁੰਡੇ, ਜਦੋਂ ਸ਼ੁਰੂ 'ਚ ਆਪਾਂ ਸਟਰਗਲ ਕਰਦੇ ਹਾਂ, ਸਾਰੇ PR ਲਈ ਸਟਰਗਲ ਕਰਦੇ ਹਾਂ, ਆਪਾਂ ਇੱਕ ਫੀਲਡ ਚੂਜ਼ ਕਰਦੇ ਹਾਂ। ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਆਪਾਂ ਉਹ ਫੀਲਡਾਂ 'ਚ ਵੀਕ ਰਹਿ ਗਏ, ਸਕਿੱਲ ਆਪਾਂ ਉੱਥੇ ਜਾਂਦੇ ਹੀ ਨਹੀਂ ਹੈਗੇ, ਆਪਾਂ ਸਿਰਫ ਪੈਸੇ ਨੂੰ ਆ ਕੇ ਉੱਧਰ ਲੱਗ ਗਏ ਨੇ। ਉਬਰ ਪਤਾ ਕਿ ਜਿੱਦਾਂ ਗੌਰਵ ਨੇ ਕਿਹਾ ਕਿ ਉਬਰ ਈਟ ਚਲਾ ਲਈ, ਕੁਝ ਵੀ ਕਰ ਲਿਆ, ਵਧੀਆ ਚੀਜ਼ ਹੈ, ਸਾਰੇ ਚਲਾਉਂਦੇ ਨੇ, ਆਪਾਂ ਵੀ ਸਾਰੇ ਚਲਾਉਂਦੇ ਹਾਂ ਹਨਾ, ਸਾਰੇ ਕਰਦੇ ਨੇ। ਪਰ ਜਿਹੜੀ ਸ਼ੁਰੂਆਤੀ ਦੌਰ ਹੁੰਦਾ ਤੁਹਾਡਾ ਇੱਕ ਸਕਿੱਲ ਡਿਵੈਲਪ ਕਰਨ ਦਾ, ਆ ਕੇ ਆਪਾਂ ਟੋਟਲੀ ਅਨਸਕਿਲਡ ਪੀਪਲ ਆਉਂਦੇ ਮੋਸਟ ਆਫ ਆਪਾਂ +2 ਵਾਲੇ ਜਿਹੜੇ ਮੁੰਡੇ ਆਪਾਂ ਆਲਸ ਕਰਕੇ ਆਉਂਦੇ ਉੱਥੋਂ, ਉਹਨਾਂ ਕੋਲ ਇੱਕ ਮੌਕਾ ਹੁੰਦਾ ਜਦੋਂ ਆਪਾਂ ਸਾਰੇ ਆ ਕੇ ਇੱਥੇ ਕੰਮ ਕਰ ਸ਼ੁਰੂ ਕਰਦੇ ਹਾਂ ਹਨਾ, ਅੱਗੇ ਵਧਣਾ ਸ਼ੁਰੂ ਕਰਦੇ ਆਪਾਂ, ਸਿੱਖਣ ਲੱਗ ਜਾਂਦੇ ਹਾਂ, ਇੰਟਰਸਟ ਪੈਦਾ ਹੋ ਜਾਂਦਾ। ਤੁਸੀਂ ਵੀ ਮੈਨੂੰ ਲੱਗਦਾ ਕਿੰਨੇ ਕੰਮ ਕੀਤੇ ਹੋਣੇ ਤੁਸੀਂ ਨੇ, ਤੁਹਾਡਾ ਇੰਟਰਸਟ ਜਿੱਧਰ ਆਇਆ, ਤੁਸੀਂ ਅੱਜ ਇੱਕ ਸਕਿੱਲ ਲੈ ਕੇ ਬੈਠੇ ਹੋ, ਤੁਸੀਂ ਆਪਦਾ ਕੰਮ ਕਾਰ ਅੱਜ ਸੈਟਅਪ ਕਰ ਲਿਆ, ਛੋਟਾ ਕੀਤਾ ਵੱਡਾ ਕੀਤਾ, ਉਹ ਡਿਫਰੈਂਟ ਸਟੋਰੀ ਆ, ਪਰ ਤੁਸੀਂ ਇੱਕ ਮੁਕਾਮ ਤੇ ਆ ਗਏ। ਜਦੋਂ ਆਪਾਂ ਕੁਝ ਸਿੱਖਿਆ ਹੀ ਨਹੀਂ, ਉਹ ਇੱਕ ਤੁਹਾਡੇ ਕੋਲ ਕੋਈ ਸਕਿੱਲ ਹੀ ਨਹੀਂ ਹੈਗਾ, ਉਹ ਚੀਜ਼ ਕੱਲ ਨੂੰ ਬੰਦ ਹੋ ਜਾਏ, ਫਿਰ ਤੁਸੀਂ ਕੀ ਕਰੋਗੇ? ਪਰ ਇਹਦਾ ਕਾਰਨ ਇੱਕ ਹੋਰ ਆ ਨਾ, ਹਾਂਜੀ, ਵੀ ਜਿਹੜੀ ਚੀਜ਼ ਦਿਮਾਗ 'ਚ ਪਾਈ ਜਾ ਰਹੀ ਹੈ, ਹਾਂਜੀ। ਹੁਣ ਦਿਮਾਗ 'ਚ ਪਾਇਆ ਤਾਂ ਇਹ ਜਾ ਰਿਹਾ ਹੈ ਵੀ $90 ਦੇ ਭਾਂਡੇ ਧੋ ਲਓ। ਹਾਂਜੀ। ਹੁਣ ਉਹਨੇ ਦਫ਼ਤਰ 'ਚ ਟਾਈ ਲਾ ਕੇ ਕਿੱਥੇ ਬਹਿਣਾ, ਹਾਂਜੀ। ਜਿਹਨੂੰ ਪਤਾ ਵੀ ਭਾਂਡੇ ਧੋਣ ਦੇ ਮੈਨੂੰ ਪੈਸੇ ਮਿਲਣੇ ਆ। ਹੁਣ ਇਹ ਵੀ ਮੈਂਟੈਲਿਟੀ ਹੈ। ਚਲੋ ਅਸੀਂ ਇਹ ਵੀ ਮੈਂ ਅੱਜ ਕਹਿਣਾ ਕਰਕੇ, ਅਸੀਂ ਮੈਂ ਇਹ ਚੀਜ਼ ਨੂੰ ਵੀ ਬੁਰਾ ਨਹੀਂ ਕਹਿੰਦਾ, ਪਰ ਜੇ ਭਾਂਡੇ ਧੋਣ ਦੀ ਇਸ ਚੀਜ਼ ਦੀ ਬਜਾਏ ਜੇ ਕੋਈ ਬੰਦਾ ਐਂ ਕਹਿੰਦਾ ਵੀ ਦਫ਼ਤਰ 'ਚ ਟਾਈ ਲਾ ਕੇ ਬਹਿਣਾ ਤੇ 4 ਬੰਦੇ ਤੁਹਾਡੇ ਥੱਲੇ ਕੰਮ ਕਰਨੇ, ਜਾਂ ਇੰਜੀਨੀਅਰ, ਜਾਂ ਤੁਸੀਂ ਇਹੋ ਜਿਹੀ ਵਧੀਆ ਸਕਿਲਡ ਲੈਵਲ ਆਪਣੀ ਸਟੱਡੀ ਪੂਰੀ ਕਰੋ, $120 ਘੰਟੇ ਤੇ ਕਹਿ ਦੋ, ਹਾਂਜੀ। ਉਹ ਚੀਜ਼ ਅਸੀਂ ਮੰਨ ਸਕਦੇ ਆ ਵੀ ਤੂੰ ਇੰਨੇ ਪੈਸੇ ਕਹੇ ਨੇ, ਉਹ ਮੁੰਡਿਆਂ ਦੇ ਹੱਥ 'ਚ ਕੋਈ ਸਕਿੱਲ ਆ, ਠੀਕ ਆ। ਜੇ ਪਰ ਉਹ ਚਲੋ ਆਪਾਂ ਉਹ ਕਿਤੇ ਨੂੰ ਮਾੜਾ ਨਹੀਂ ਕਹਿੰਦੇ, ਪਰ ਇਹ ਕਹਿੰਦੇ ਆ ਵੀ ਉਸ ਚੀਜ਼ 'ਚ ਬੰਦਾ ਸਿੱਖੂਗਾ ਕੀ? ਨਹੀਂ, ਇਹ 'ਚ ਕੋਈ ਲੁਕੋ ਨਹੀਂ ਵੀਰ ਜੀ। ਜੌਬਸ ਹੈਗੀਆਂ ਨੇ ਜਿਹੜੀਆਂ ਪੇ ਕਰਦੀਆਂ ਨੇ, 100+ ਵੀ ਪੇ ਕਰਦੀਆਂ ਨੇ, ਪਰ ਉਹ ਸਕਿਲਡ ਜੌਬਸ ਨੇ ਓਬਵੀਅਸਲੀ। ਠੀਕ ਹੈ, ਜੋ ਸਕਿਲਡ ਜੌਬ ਨੇ, ਕੋਈ ਐਦਾਂ ਨਹੀਂ ਹੈਗਾ ਵੀ ਤੁਸੀਂ ਜਾ ਕੇ ਕਿਸੇ ਰੈਸਟੋਰੈਂਟ ਭਾਂਡੇ ਧੋ ਲਏ, ਉਹਨੇ ਕਿਹਾ ਵੀ ਲਓ ਜੀ $100 ਘੰਟਾ ਤੁਹਾਡਾ ਤਾਂ ਪੱਕਾ ਹੋ ਗਿਆ, ਬਹੁਤ ਵਧੀਆ ਭਾਂਡੇ ਧੋਣੇ ਤੁਸੀਂ, ਨਹੀਂ, ਉਹਦੇ 'ਚ ਕੁਝ ਨਹੀਂ ਹੈਗਾ ਇੱਦਾਂ ਜੀ। ਹਾਂ ਜੋ ਸਕਿਲ, ਹਾਂ ਜੋ ਕੋਈ ਇਹਦੇ 'ਚ ਕੋਈ ਉਹ ਨਹੀਂ ਹੈਗਾ ਵੀ ਹਾਂਜੀ ਬਾਈ ਜੀ ਤੁਸੀਂ ਬਹੁਤ ਵਧੀਆ ਪਲੇਟਾਂ ਮਾਂਜੀਆਂ ਨੇ, ਤੁਹਾਨੂੰ ਅਸੀਂ 100 ਹੀ ਦੇਵਾਂਗੇ। ਠੀਕ ਹੈ ਜੀ, ਉਹ ਸਕਿਲਡ ਜੌਬਾਂ ਨੇ, ਤੇ ਉਹ ਲੋਕ ਪੜ੍ਹੇ ਵੀ ਨੇ, ਆਪਣਾ ਟਾਈਮ ਵੀ ਦਿੱਤਾ, ਉਹਨਾਂ ਨੂੰ ਐਕਸਪੀਰੀਅੰਸ ਵੀ ਆਪਾਂ ਨੂੰ ਨਹੀਂ ਪਤਾ ਕਿੱਦਾਂ ਦੇ ਲੱਗੇ ਹੋਣਗੇ ਨਹੀਂ। ਆਪਣੇ ਈਵਨ ਕਿ ਆਪਣੇ ਮੁੰਡੇ ਕਈ ਹੈਗੇ ਆ, ਜਿੱਦਾਂ ਹੁਣ ਅਸੀਂ ਸਾਰੇ ਜਾਂਦੇ ਆ ਮਾਈਨਸ ਤੇ, ਆਪਣੇ ਮੁੰਡੇ ਕਿੰਨੇ ਕੰਮ ਕਰਦੇ ਨੇ, ਉਹਨਾਂ ਕੋਲ ਸਕਿੱਲ ਹੈ, ਉਹਨਾਂ ਕੋਲ ਸਟੱਡੀ ਹੈ, ਜੋ ਫੀਲਡ 'ਚ ਉਹ ਆਏ ਉਹਦੇ 'ਚ ਹੀ ਅੱਗੇ ਵਧੇ। ਚੂਜ਼ ਕਰ ਸਕਦੇ ਆਪਾਂ ਸਾਰੇ ਜਿਹੜਾ ਆਪਾਂ ਨੂੰ ਵਧੀਆ ਲੱਗਦਾ, ਪਰ ਜੇ ਤੁਸੀਂ ਕੋਈ ਵਧੀਆ ਸਟੱਡੀ 'ਚ ਆ ਰਹੇ ਹੋ,
ਉਹਨੂੰ ਜੇ ਤੁਸੀਂ ਐਨਾਲਾਈਜ਼ ਕਰਦੇ ਹੋ ਵੀ ਕਿ ਇਹਦਾ ਅੱਗੇ ਫਿਊਚਰ ਹੈਗਾ ਤਾਂ ਬੈਸਟ ਹੈ ਕਿ ਉਹਨੂੰ ਫੋਲੋ ਕਰੋ, ਉਹਦੇ 'ਚ ਰਹੋ ਰੈਦਰ ਦੈਨ ਇੱਕ ਟੈਂਪਰੇਰੀ ਜੌਬ ਨੂੰ ਆਪਾਂ ਅਡਾਪਟ ਕਰਨਾ ਪੈਂਦਾ ਆਪਾਂ ਨੂੰ, ਹੈ ਨਾ। ਇਹ ਨਹੀਂ ਹੈਗਾ ਵੀ ਨਹੀਂ ਕਰਨਾ, ਆਪਾਂ ਸਾਰੇ ਕੰਮ ਕਰਨਾ ਪੈਣਾ ਆਪਾਂ ਨੂੰ, ਸ਼ੁਰੂ 'ਚ ਆ ਕੇ ਫੀਸਾਂ ਵੀ ਕੱਢਣੀਆਂ ਨੇ, ਖਰਚੇ ਵੀ ਕੱਢਣੇ ਨੇ, ਪਰ ਸਕਿੱਲ ਹੋਣੀ ਜ਼ਰੂਰੀ ਹੈ। ਉਹ ਤੁਹਾਨੂੰ ਵਰਕ ਐਥਿਕ ਸਿਖਾਉਂਦੀ ਹੈ, ਜਿਹੜੀ ਤੁਸੀਂ ਮੇਨ ਗੱਲ ਕਹੀ ਕਿ ਸਹਿਣ ਸ਼ਕਤੀ ਜੀ, ਉਹ ਤੁਹਾਡੇ ਵਰਕ ਐਥਿਕਸ ਦੇ ਵਿੱਚ ਆਉਂਦੀ ਹੈ। ਉਹ ਕਦੋਂ ਡਿਵੈਲਪ ਹੋਣਗੇ ਜਦੋਂ ਤੁਸੀਂ ਕੰਮ ਕਰੋਗੇ ਜਿਹਦੇ ਥੱਲੇ ਕੰਮ ਕਰੋਗੇ। ਠੀਕ ਹੈ, ਥੱਲੇ ਦਾ ਮਤਲਬ ਇਹ ਨਹੀਂ ਵੀ ਆਪਾਂ ਕੋਈ ਗੁਲਾਮ ਬਣ ਕੇ ਕਿਸੇ ਕੰਪਨੀ ਥਰੂ ਕਿਤੇ, ਹੈ ਨਾ, ਕਿਸੇ ਵੀ ਆਰਗੇਨਾਈਜੇਸ਼ਨ 'ਚ ਤੁਸੀਂ ਕੰਮ ਕਰੋਗੇ, ਹੋਰ ਕਲੀਗਸ ਹੋਣਗੇ, ਤੁਸੀਂ ਕੋਈ ਗੱਲ, ਤੁਸੀਂ ਹੁਣ ਇੱਥੇ ਹੋ, ਤੁਸੀਂ ਸਾਨੂੰ ਕੋਈ ਗੱਲ ਕਹਿ ਦਈਏ ਨਹੀਂ ਤੁਸੀਂ ਆਹ ਸਹੀ ਨਹੀਂ ਬੋਲ ਰਹੇ, ਠੀਕ ਹੈ, ਜੋ ਅਸੀਂ ਸਹਿਣਾ ਸਿੱਖਾਂਗੇ ਜੀ। ਇੱਕ ਮੈਂ ਤੇ ਇਕੱਲਾ ਬੈਠ ਕੇ ਬੋਲ ਰਿਹਾ, ਮੈਨੂੰ ਕਿਹਨੇ ਟੋਕਣਾ? ਕਿਸੇ ਨੇ ਨਹੀਂ। ਜੀ। ਤੁਹਾਡੇ ਹੁਣ ਦਰਸ਼ਕ ਨੇ, ਤੁਸੀਂ ਦੱਸ ਦੋਗੇ, ਕਮੈਂਟ ਕਰਦੇ ਆ, ਜੇ ਤੁਸੀਂ ਕੁਝ ਗਲਤ ਬੋਲਿਆ ਕਲੈਰੀਫਿਕੇਸ਼ਨ ਵੀ ਲੈਂਦੇ ਆ, ਤਾਂ ਉਹ ਤੁਹਾਡੇ ਸਕਿੱਲ ਡਿਵੈਲਪ ਹੋ ਰਹੇ ਨੇ, ਉਹਦੇ 'ਚ ਕੋਈ ਮਾੜੀ ਗੱਲ ਨਹੀਂ। ਉਹ ਟਿੱਪਣੀ ਤੁਹਾਨੂੰ ਸਿਖਾ ਰਹੀ ਹੈ ਕਿ ਹਾਂਜੀ ਨਵਦੀਪ ਜੀ ਤੁਸੀਂ ਇਦਾਂ ਬੋਲਣਾ ਬੰਦ ਕਰੋ, ਤੁਸੀਂ ਪਹਿਲਾਂ ਆਪਣੇ ਫੈਕਟ ਚੈੱਕ ਕਰੋ। ਜੀ ਜੀ, ਠੀਕ ਹੈ, ਜੋ ਸੇਮ ਗੱਲ ਆ, ਵਰਕ ਐਥਿਕਸ ਹੋਣੇ ਚਾਹੀਦੇ ਆ, ਉਹ ਉਦੋਂ ਹੀ ਆਉਣਗੇ ਜਦੋਂ ਤੁਸੀਂ ਕਿਸੇ ਨਾਲ ਜਾਂ ਕਿਸੇ ਥਰੂ ਕੰਮ ਕਰੋਗੇ। ਤੇ ਜਿਵੇਂ ਮਾਪਿਆਂ ਦੀ ਗੱਲ ਕਰਦੇ ਆ ਆਪਾਂ, ਹਾਂਜੀ। ਵੀ ਹੁਣ ਆਪਾਂ 12 ਕਰਕੇ ਆਉਣੇ ਆ, ਹਾਂਜੀ। ਵੀ ਉਹ ਉੱਥੇ ਵੀ ਦਿਮਾਗ ਦੇ ਵਿੱਚ ਇਹ ਪਾਇਆ ਜਾਂਦਾ ਵੀ ਮੁੰਡਾ ਸਾਡਾ ਬਾਹਰ ਹੀ ਆਸਟ੍ਰੇਲੀਆ ਜਾਂਦਾ, ਪਹੁੰਚ ਗਿਆ, ਵੀ ਉਹਨੂੰ ਜੌਬ ਮਿਲ ਗਈ ਆ, ਤੇ ਹੁਣ ਇਹ ਵੀ ਨਹੀਂ ਪਤਾ। ਹੁਣ ਇਹਦੇ ਵਿੱਚ ਵੀ ਦੋ ਚੀਜ਼ਾਂ ਨੇ, ਹਾਂਜੀ, ਜੌਬ ਮਿਲ ਗਈ, ਉਹਦੇ ਨਾਲ ਹੋਰ ਮੁੰਡੇ ਕੰਮ ਕਰਦੇ ਆ, ਕਰਦੇ ਆ। ਕੀ ਪਤਾ ਉਹਨੂੰ ਜਿੰਨੇ ਅੱਜ ਘੰਟੇ ਮਿਲ ਰਹੇ ਆ ਕੱਲ੍ਹ ਨੂੰ, ਹਾਂਜੀ। ਕੈਜੂਅਲ ਇਹ ਕੀ ਪਤਾ ਕੱਲ ਨੂੰ ਉਹਨੂੰ ਮਿਲਣਗੇ, ਕੀ ਪਤਾ ਉਹਦੀ 19 ਅਰਨਿੰਗ ਹੋਊਗੀ। ਪਿੱਛੇ ਐਕਸਪੈਕਟੇਸ਼ਨਾਂ ਜ਼ਿਆਦਾ ਹੋ ਜਾਂਦੀਆਂ ਨੇ, ਹਾਂਜੀ। ਜਾਂ ਜੋ ਇੰਡੀਆ ਤੋਂ ਇੱਕ ਮਾਪਿਆਂ ਦੀ ਮੈਂਟੈਲਿਟੀ ਆ, ਉਹ ਐਦਾਂ ਨਹੀਂ ਕਹਿੰਦੇ ਵੀ ਤੂੰ ਆਸਟ੍ਰੇਲੀਆ ਜਾ ਕੇ ਸੈਟਲ ਹੋ Settle ਹੋ ਜਾ, ਜੀ। ਠੀਕ ਆ। ਉਹਨਾਂ ਮਤਲਬ ਸੈਟਲ ਹੋਣ ਦਾ ਇਨ ਦ ਸੈਂਸ ਤੂੰ ਵਧੀਆ ਤੇਰੀ ਜੌਬ ਹੋਵੇ, ਵਧੀਆ ਤੇਰੀ ਲਾਈਫ ਸਟਾਈਲ ਹੋਵੇ, ਪਹਿਲਾਂ ਆਪਣਾ ਸੈਟਿੰਗ ਕਰ, ਹਾਂਜੀ, ਆਪਣਾ ਆਪਾਂ ਵਧੀਆ ਦੇਖੋ, ਹੋਵੇ। ਹਾਂਜੀ। ਪਰ ਉਹ ਇਹ ਕਿਹਾ ਜਾਂਦਾ ਵੀ ਪਹਿਲਾਂ ਤੂੰ ਜਾ, ਕਰਜ਼ਾ ਜਿਹੜਾ ਸਾਡਾ ਲੈ। ਕਰਜ਼ਾ ਜੋ ਹਾਂਜੀ। ਤੇਰੇ ਵਾਸਤੇ ਅਸੀਂ ਲਿਮਟਾਂ ਲਈਆਂ ਨੇ, ਹਾਂਜੀ। ਜੋ ਇਹ ਲਈਆਂ ਨੇ, ਇਹ ਕਿਉਂਕਿ ਉਹ ਜਿਹੜਾ ਅੱਜ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਸਿਸਟਮ ਚੱਲ ਰਿਹਾ, ਓਬਵੀਅਸਲੀ ਇੱਥੇ ਮਕਾਨ ਵੀ ਬਹੁਤ ਔਖਾ ਬਹੁਤ ਮਤਲਬ ਔਖਾ ਇੱਥੇ ਜੀ। ਸ਼ੇਅਰਿੰਗ 'ਚ ਰਹਿਣਾ ਪੈਂਦਾ, ਹਾਂਜੀ, ਹਾਂਜੀ। ਤੇ ਕਾਲਜ ਦੀ ਪੜ੍ਹਾਈਆਂ ਦਾ ਕਾਲਜ ਸਟ੍ਰੈਸ ਆਪਾਂ ਨੂੰ ਪਤਾ ਹੈ, ਤੇ ਸਭ ਤੋਂ ਬੜਾ ਸਟ੍ਰੈਸ ਹੈਗਾ ਪੀਆਰ ਦਾ। PR ਦਾ ਜੀ। ਦੇ ਉਹ ਚੀਜ਼ ਐਵਰੇਜ ਪੀਆਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਨੇ 6-7 ਸਾਲ ਦੇ ਆਸ-ਪਾਸ, Minimum ਇੱਥੇ ਐਵਰੇਜ ਹੀ ਹਰੇਕ ਬੰਦੇ ਨੂੰ ਲੱਗਦੇ ਨੇ, ਜਿਹਦਾ ਕਿਸਮਤ ਹੀ ਕੀ ਕਹਿੰਦੇ ਹੁੰਦੇ ਰੱਬ ਨੇ ਲਿਖਾ ਲਿਆ ਹੋਵੇ ਬੰਦਾ, ਲਿਖਾ ਲਿਆ ਹੋਵੇ ਹਾਂਜੀ। ਕਰਕੇ ਹਾਂਜੀ। ਉਹ 2-3 ਸਾਲ ਦੇ ਵਿੱਚ ਹਾਂਜੀ। ਸੈੱਟ 4 ਲਾ ਲਓ, ਮੇਰੀ ਪ੍ਰੋਸੈਸ ਹੈ ਇਹਨਾਂ 2-2.5 ਸਾਲ ਦੇ ਵਿੱਚ ਹੀ। 4 ਸਾਲ ਦੇ ਵਿੱਚ ਹਾਂਜੀ। ਸੈੱਟ ਹੋ ਸਕਦਾ, ਪਰ ਉਹ ਤੋਂ ਪਹਿਲਾਂ ਮੁਸ਼ਕਿਲ ਆ। ਮੁਸ਼ਕਿਲ ਹੈ ਜੀ। ਤੇ ਇਹ ਮੈਂਟੈਲਿਟੀ ਥੋੜਾ ਜਿਹਾ ਪੇਰੈਂਟਸ ਤੇ ਵੀ ਡਿਪੈਂਡ ਕਰਦਾ, ਵੀ ਥੋੜਾ ਜਿਹਾ ਆਪਣੇ ਬੱਚਿਆਂ ਨੂੰ ਇੱਕ ਪ੍ਰਪੇਅਰ ਕਰਕੇ ਭੇਜਣ ਵੀ ਤੇਰੀ ਉੱਥੇ ਸਟਰਗਲ ਹੈਗੀ ਆ, ਤੂੰ ਪਹਿਲਾਂ ਹਾਂਜੀ। ਆਪਣੇ ਆਪ ਨੂੰ ਐਸਟੈਬਲਿਸ਼ ਕਰਕੇ ਸਾਡੇ ਬਾਰੇ ਫੇਰ ਸੋਚੀ। ਫਿਰ ਵੀ ਇਹਦੇ ਚ ਵੀ ਜਿਵੇਂ ਮੈਡਮ ਦੇਖੋ ਸੇਮ ਗੱਲ ਆ ਗਈ, ਜਿਹੜੇ ਪੇਰੈਂਟਸ ਜਦੋਂ ਉੱਥੋਂ ਨਾ ਡੈਸਪਰੇਟਲੀ ਭੇਜਦੇ ਨੇ, ਪਹਿਲੀ ਗੱਲ ਤਾਂ ਜੀ। ਕਿ ਚਲੇ ਜਾ ਬਸ +2 ਹੋ ਗਈ, ਆਇਲਸ ਨਹੀਂ ਹੋਈ ਤਾਂ ਵਿਆਹ ਕਰ ਦੋ, ਠੀਕ ਹੈ ਜੀ। ਜੀ। ਇੱਕ ਦੋ ਚੀਜ਼ਾਂ ਆਪਾਂ ਨੇ ਜ਼ਿੰਮੇਵਾਰੀਆਂ ਤੋਂ ਭੱਜਣ ਲਈ ਸੋਲੂਸ਼ਨ ਲੱਭ ਲਏ ਕਿ ਜੇ ਬੱਚਾ 'ਚ ਸਕਿੱਲ ਨਹੀਂ ਹੈਗਾ ਆਪਣੇ 'ਚ, ਇਹਦਾ ਵਿਆਹ ਕਰ ਦੋ, ਇਹਨੂੰ ਬਾਹਰ ਭੇਜ ਦੋ, ਠੀਕ ਹੈ ਜੀ, ਪੈਸੇ ਲਾ ਦੋ, ਜਾਂ ਜੋ ਸਿਸਟਮ ਉੱਤੇ ਚੱਲਿਆ ਹੋਇਆ। ਪਹਿਲੀ ਗੱਲ ਤਾਂ ਆਪਣੇ ਰਿਸ਼ਤੇ ਖਰਾਬ ਕਰ ਰਿਹਾ ਹੈ, ਆਪਣੇ ਸਾਹਮਣੇ ਹੀ ਹੈ ਕਿੰਨਾ ਜੀ, ਕੁਝ ਜੀ। ਹੋਇਆ ਜੀ। ਕੰਟਰੈਕਟ ਹੋ ਗਏ ਇੱਕ ਤਰ੍ਹਾਂ ਦੇ, ਉਹ ਕੋਈ ਰਿਸ਼ਤੇ ਨਹੀਂ ਹੈਗੇ ਉਹ, ਹੈ ਨਾ ਜੀ। ਉਸ ਤੋਂ ਬਾਅਦ ਮਾਪੇ ਕੀ ਕਰਦੇ ਨੇ, ਜੇ ਕੋਈ ਬੰਦਾ ਨਸ਼ਾ ਕਰ ਰਿਹਾ ਜਾਂ ਕੁਝ ਵੀ ਉੱਥੇ ਨਹੀਂ, ਉਹਨਾਂ ਨੂੰ ਠੀਕ ਨਹੀਂ ਆ ਰਿਹਾ, ਉਹਨੇ ਹਿਸਾਬ 'ਚ ਨਹੀਂ ਆ ਰਿਹਾ, ਇਹ ਸੱਚਾਈ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਵੀ ਕਹਿੰਦੇ ਬਾਹਰ ਭੇਜ ਦੋ, ਜਦੋਂ ਜ਼ਿੰਮੇਵਾਰੀ ਪੈ ਗਈ ਆਪੇ ਠੀਕ ਹੋ ਆਪੇ ਜਾਊ। ਸੈੱਟ ਹੋ ਜਾਓ। ਉਹ ਕਿੰਨੀਆਂ ਕੁੜੀਆਂ ਸਫਰ ਕਰਦੀਆਂ ਨੇ ਉਰੇ ਉਹ ਬੰਦੇ ਨਾਲ, ਉਰੇ ਨਸ਼ਾ ਤਾਂ ਦੇਖੋ ਜੀ ਉਰੇ ਉਹ ਤੋਂ ਵੀ ਜ਼ਿਆਦਾ ਆ। ਆਪਣੇ ਉੱਤੇ ਹੈਗੇ ਵੀ ਨਹੀਂ ਉਹੋ ਜਿਹੇ ਨਸ਼ੇ ਜਿਹੜੇ ਇੱਥੇ ਹੈਗੇ ਨੇ। ਉੱਪਰੋਂ ਰੋਕ ਟੋਕ ਕੋਈ ਨਹੀਂ, ਕੋਈ ਡਰ ਨਹੀਂ ਹੈਗਾ ਉੱਥੇ। ਮਾਂ ਬਾਪ ਦਾ ਡਰ ਹੁੰਦਾ ਹੈ, ਚਾਚੇ ਤਾਇਆਂ ਦਾ, ਪਿੰਡ ਦਾ, ਹਨਾ ਜੀ, ਭਾਈਚਾਰੇ ਦਾ। ਇੱਥੇ ਉਹ ਚੀਜ਼ਾਂ ਨਹੀਂ ਹੈਗੀਆਂ। ਤਾਂ ਮਾਂ ਬਾਪ ਨੂੰ ਚਾਹੀਦਾ ਕਿ ਜੇ ਬੱਚਾ ਪੜ੍ਹ ਰਿਹਾ ਵਧੀਆ, ਤੁਹਾਨੂੰ ਜੇ ਇੰਨੇ ਸਾਲ ਕੱਢ ਲਏ ਤਾਂ 2 ਸਾਲ ਹੋਰ ਸਹੀ, ਉਹਨੂੰ ਥੋੜਾ ਬਹੁਤਾ ਕਿਸੇ ਕਿੱਤੇ ਤੇ ਲਾਓ, ਜਾਂ ਜਿਹੜੇ ਬੰਦੇ ਨੂੰ ਉਰੇ ਆ ਕੇ ਸਟੱਡੀ ਕਰਨੀ ਹੈ ਉਹਦੇ ਥੋੜਾ ਬਹੁਤਾ ਜੇ ਹੋ ਸਕੇ ਥੋੜਾ ਜਿਹਾ 6 ਮਹੀਨੇ ਵੀ ਬੰਦਾ ਲਾ ਕੇ ਆ ਜਾਵੇ, ਮੈਨੂੰ ਲੱਗਦਾ ਵੀ ਉਰੇ ਆ ਕੇ ਵਧੀਆ ਜਾਓ, ਇੱਜ਼ਤਦਾਰ ਜਾਓ, ਤੇ ਵਧੀਆ ਸਕਿੱਲ ਲੈ ਕੇ ਬੰਦਾ ਅੱਗੇ ਵੱਧ ਸਕਦਾ। ਤੇ ਉੱਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਵੀ ਬਸ ਬਾਹਰ ਭੱਜਣ ਦੀ ਬਜਾਏ, ਹਨਾ ਜੀ। ਤੇ ਮਾਂ-ਬਾਪ ਨੂੰ ਹਾਂ ਥੋੜਾ ਗਰੇਜ ਕਰਨਾ ਚਾਹੀਦਾ ਵੀ ਬੱਚੇ ਨੂੰ 2-4 ਸਾਲ ਦਿਓ, ਉਹਨੂੰ ਆਪਦਾ, ਹਨਾ ਜਾ ਕੇ ਉਰੇ ਸੈਟਲਮੈਂਟ ਕਰਨ ਦਾ। ਠੀਕ ਹੈ, ਉੱਥੇ ਜ਼ਿੰਮੇਵਾਰੀਆਂ ਉਹ ਵੀ ਜ਼ਰੂਰੀ ਨੇ, ਉਹ ਜਿੰਨਾ ਕੁ ਹੋ ਸਕੇ ਉਹਤੇ ਪ੍ਰੈਸ਼ਰ ਨਾ ਪਾਓ ਕਿ ਵੀ ਪਹਿਲਾਂ ਆਹ ਕਰ। ਫਿਰ ਉਹਦੇ ਚੱਕਰ 'ਚ ਜੀ ਵਿਚਾਰੇ ਆਪਾਂ ਸਾਰੇ ਕਰਦੇ ਹਾਂ, ਕੋਈ ਕਿਸੇ ਤਰ੍ਹਾਂ ਦੀ ਜੌਬ ਕਰਦਾ, ਵੱਧ ਘੰਟੇ ਕੰਮ ਕਰਦੇ ਆ, ਸੌਂਦੇ ਨਹੀਂ, ਖਾਣਾ ਪੀਣਾ ਨਹੀਂ ਟਾਈਮ 'ਤੇ ਹੈਗਾ, ਹਨਾ ਜੀ। ਆਪਦੇ ਰਿਸ਼ਤਿਆਂ ਨੂੰ ਟਾਈਮ ਦੇ ਪਾਉਂਦੇ, ਜਿਹੜੇ ਲੋਕ ਮੈਰਿਡ ਨੇ ਵਿਚਾਰੇ, ਫਰਕ ਆਉਂਦੇ ਨੇ, ਕਿੰਨਾ ਕੁਝ ਹੁੰਦਾ ਜੀ। ਤਾਂ ਉਹਨੂੰ ਥੋੜਾ ਜਿਹਾ ਗਰੇਜ ਜੇ ਬੰਦਾ ਕਰੇ ਤਾਂ ਮੈਨੂੰ ਲੱਗਦਾ ਵੀ ਬੈਟਰ ਹੋਊਗਾ ਸਾਰਿਆਂ ਦੀ, ਰਿਸ਼ਤਿਆਂ ਲਈ ਵੀ ਆਪਣੀ, ਹਨਾ ਜੀ, ਬੰਦੇ ਦੀ ਮੈਂਟਲ ਹੈਲਥ ਲਈ ਵੀ, ਉੱਦਾਂ ਵੀ ਸੋਸ਼ਲ ਲਾਈਫ ਲਈ ਵੀ, ਸਾਰਾ ਕੁਝ ਵਧੀਆ ਹੋਊਗਾ। ਪਰ ਇਹ 'ਚ ਇੱਕ ਚੀਜ਼ ਹੋਰ ਹੈ ਵੀ ਜਿਵੇਂ ਹੁਣ ਆਪਾਂ ਰਿਸ਼ਤਿਆਂ ਦੀ ਵੀ ਗੱਲ ਕਰਦੇ ਸੀਗੇ, ਹਾਂਜੀ। ਵੀ ਫੋਰ ਐਗਜ਼ਾਮਪਲ ਆਪਾਂ ਇੱਕ ਐਗਜ਼ਾਮਪਲ ਦਿੰਦੇ ਹਾਂ ਵੀ ਕੋਈ ਮੁੰਡਾ ਸੀਗਾ, ਚੱਲ ਜਿਵੇਂ ਆਈਲੈਟਸ ਦੇ ਵਿੱਚ ਉਹਦੇ ਬੈਂਡ ਨਹੀਂ ਆਏ, ਜਾਂ ਪੜ੍ਹਾਈ 'ਚ 4-5 ਸਾਲ ਦਾ ਗੈਪ ਸੀਗਾ, ਜਾਂ ਉਹਨੇ 10ਵੀਂ 11ਵੀਂ ਦੇ ਵਿੱਚ ਪੜ੍ਹਾਈ ਛੱਡਤੀ, ਤੇ ਮਾਪਿਆਂ ਕੋਲ ਪੈਸਾ ਸੀਗਾ,
ਉਹਨੇ ਵਿਆਹ ਜਾਂ ਕੁਝ ਵੀ ਅਰੇਂਜਮੈਂਟ ਚੱਲ ਉਹਨੂੰ ਅਸਲੀ ਵਿਆਹ ਕਹਿੰਦੇ ਆ ਹਾਂਜੀ ਹਾਂਜੀ ਉਹ ਕਰਕੇ ਭੇਜਤਾ ਤੇ ਕੁੜੀ ਸੋਹਣੀ ਸੀਗੀ ਹਾਂਜੀ, ਹਾਂਜੀ। ਵੀ ਜਿਵੇਂ ਕਹਿੰਦੇ ਆ ਵੀ ਉਹਨਾਂ ਦੀ ਬਹੁਤ ਜੋੜੀ ਨਹੀਂ ਸੀ ਬਣਦੀ ਜੋੜੀ ਨਹੀਂ ਕਰਕੇ, ਬਣਦੀ। ਵੀ ਮੁੰਡਾ ਥੋੜਾ ਜਿਹਾ ਕਣਕ ਬੰਦੇ ਰੰਗ ਦਾ ਸੀ, ਕੁੜੀ ਹਾਂਜੀ, ਜ਼ਿਆਦਾ ਹਾਂਜੀ, ਸੋਹਣੀ ਜ਼ਿਆਦਾ ਸੀਗੀ। ਸੋਹਣੀ। ਆਪਣੇ ਮਤਲਬ ਇਹ ਚੀਜ਼ਾਂ ਇੱਥੇ ਦੇਖੀਆਂ ਨੇ, ਰਿਐਲਿਟੀ ਆ। ਹਾਂਜੀ। ਹੁਣ ਇੱਥੇ ਆ ਕੇ ਕਈ ਵਾਰ ਕੀ ਹੁੰਦਾ ਕੇਸਾਂ ਦੇ ਵਿੱਚ, ਤੁਸੀਂ ਦੱਸਿਓ ਜੇ ਕੋਈ ਐਗਜ਼ਾਮਪਲ ਹੋਈ ਤੁਹਾਡੇ ਨਾਲ ਦੀ, ਹਾਂਜੀ। ਵੀ ਮੈਂ ਇਹ ਦੇਖਿਆ ਵੀ ਸਾਰਾ ਜ਼ੋਰ ਜਿਵੇਂ ਇੱਕ ਬਲਦ ਨਹੀਂ ਹੁੰਦਾ ਹਾਂਜੀ, ਕਰਕੇ, ਹਾਂਜੀ, ਹਾਂਜੀ। ਇਹ ਸਾਰਾ ਕੁਝ ਮੁੰਡੇ ਤੇ ਸੁੱਟ ਦਿੱਤਾ ਸੁੱਟ ਦਿੱਤਾ ਜਾਂਦਾ ਜਾਂਦਾ, ਹਾਂਜੀ। ਵੀ ਮੈਂ ਤੈਨੂੰ ਆਸਟ੍ਰੇਲੀਆ ਲੈ ਲੈ ਕੇ ਆਈ ਆ, ਠੀਕ ਆ, ਹਾਂਜੀ। ਵੀ ਹੁਣ ਮੇਰੀ ਮਰਜ਼ੀ ਆ, ਮੇਰੀ ਮੈਂ ਥੋੜਾ ਮਰਜ਼ੀ। ਬਹੁਤਾ ਕੰਮ ਜਿੰਨਾ ਕਰਨਾ ਮੈਂ ਉਨਾ ਕਰੂੰਗੀ, ਹੀ ਕਰੂੰਗੀ। ਜੇ ਮੈਨੂੰ ਨਹੀਂ ਮਿਲਦਾ ਮੈਂ ਨਹੀਂ ਕਰੂੰਗੀ। ਨਹੀਂ ਕਰੂੰਗੀ, ਹਾਂਜੀ। ਜੇ ਕਈ ਵਾਰੀ ਕੀ ਹੁੰਦਾ, ਕਈ ਵਾਰ ਉਹ ਪੜ੍ਹਾਈ ਦੇ ਉੱਤੇ ਵੀ ਇੰਨਾ ਫੋਕਸ ਨਹੀਂ ਹੁੰਦਾ, ਮੁੰਡਾ ਕੰਮ ਕਰਦਾ, ਟਰੱਕ ਚਲਾਉਂਦਾ, ਜੋ ਵੀ ਕੁਝ ਕਰ ਰਿਹਾ, ਤੇ ਉਹ ਕੁੜੀ ਸਮੈਸਟਰ 'ਚ ਫੇਲ ਹੋ ਜਾਂਦੀ Fail ਆ, ਹੋ ਜਾਂਦੀ ਆ। ਤੇ ਇੱਕ ਵਾਰ ਫੇਲ ਹੋਣ ਦਾ $12,000 ਫਿਰ burden ਆ ਜਾਂਦਾ, 6 ਮਹੀਨੇ ਦੀ ਹਾਂਜੀ, ਫੀਸ ਆ। ਹਾਂਜੀ, ਹਾਂਜੀ। ਇਹ ਜਦੋਂ ਇੱਕ ਬੇਮੇਲ ਜੋੜੀ ਹੋ ਜਾਂਦੀ ਹਾਂਜੀ, ਆ, ਹਾਂਜੀ, ਹਾਂਜੀ। ਉਹਦੇ ਨਾਲ ਮੁੰਡੇ ਤੇ ਕਿੰਨਾ ਕੁ ਪ੍ਰੈਸ਼ਰ ਆਉਂਦਾ ਤੁਹਾਡੇ ਪੁਆਇੰਟ ਆਫ View ਦੇ ਨਾਲ, ਮੈਨੂੰ ਤਾਂ ਦੱਸੋ। ਫਿਰ ਉਹੀ ਗੱਲ ਆ ਵੀਰ ਜੀ, ਦੇਖੋ ਜਿਵੇਂ ਤੁਹਾਨੂੰ ਕਿਹਾ ਵੀ ਇਹ ਰਿਸ਼ਤੇ ਹੈ ਹੀ ਨਹੀਂ। ਆਪਾਂ ਮੰਨਦੇ ਆ, ਠੀਕ ਆ, ਵਿਆਹ ਵੀ ਆਪਾਂ ਕਰਕੇ ਆਉਣੇ ਪ੍ਰੋਪਰ ਜੋ ਆਪਣੇ ਰੀਤੀ ਰਿਵਾਜ ਨੇ, ਜੀ। ਪਰ ਜਦੋਂ ਆਪਾਂ ਉੱਤੇ ਸੌਦਾ ਕਰ ਲਿਆ ਨਾ ਕਿ ਤੁਹਾਡੀ ਕੁੜੀ ਆਇਲਸ ਕਰ ਲੂਗੀ, ਸਾਡਾ ਮੁੰਡਾ ਜਾਂ ਅਸੀਂ ਪੈਸੇ ਲਾ ਲਾਂਗੇ, ਉਹ ਉਹਨਾਂ ਦੀ ਬੌਂਡਿੰਗ ਚਲੋ ਜਿਹੜੇ ਚੰਗੇ ਸਿਆਣੇ ਜਵਾਕ ਨੇ ਉਹਨਾਂ ਦੀ ਬਣ ਜਾਂਦੀ ਹੈ। ਪਰ ਆਪਾਂ ਬਹੁਤ ਚੀਜ਼ਾਂ ਦੇਖੀਆਂ ਨੇ, ਇੱਥੇ ਬਹੁਤ ਰਿਸ਼ਤੇ ਦੇਖੇ ਨੇ ਜਿਨ੍ਹਾਂ 'ਚ ਹਾਲਾਤ ਇਹ ਹੁੰਦੇ ਨੇ ਕਿ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਤੈਨੂੰ ਬਾਹਰ ਲੈ ਕੇ ਆਉਣਾ ਸੀ, ਲੈ ਆਏ। ਹੂੰ। ਬਥੇਰੇ ਤਾਂ ਅੱਜ ਕੱਲ੍ਹ ਚਲੋ ਰਿਸ਼ਤੇ ਖਤਮ ਹੀ ਹੋ ਜਾਂਦੇ ਨੇ ਉਰੇ ਆ ਕੇ, ਵੀ ਮੈਂ ਤਾਂ ਤੈਨੂੰ ਇੱਥੋਂ ਤੱਕ ਲਿਆਉਣਾ ਸੀ, ਘਰਦਿਆਂ ਦੀ ਪ੍ਰੈਸ਼ਰ ਸੀ, ਮੈਂ ਲੈ ਆਈ, ਦੈਟਸ ਇਟ। ਜਾਂ ਮੁੰਡੇ ਵੀ ਇਕੱਲੇ ਕੁੜੀਆਂ ਜੀ। ਨਹੀਂ, ਮੁੰਡੇ ਵੀ ਕਰਦੇ ਨੇ ਵੀ ਮੈਂ ਤਾਂ ਤੈਨੂੰ ਲੈ ਆਇਆ, ਡਨ। ਪਰ ਜਦੋਂ ਤੁਹਾਡਾ ਰਿਸ਼ਤਾ ਬਣਿਆ ਹੀ ਨਹੀਂ ਇੱਕ ਨਾ, ਪਹਿਲਾਂ ਤੁਹਾਡੇ ਉੱਥੇ ਹੀ ਫਰਕ ਆ ਗਿਆ। ਫਿਰ ਜਦੋਂ ਜਿਵੇਂ ਤੁਸੀਂ ਕਿਹਾ ਵੀ ਬੰਦਾ ਕੰਮ ਕਰਦਾ ਹੈ ਨਾ, ਉਹ ਕੰਮ ਤੇ ਜ਼ੋਰ ਨਹੀਂ ਰੱਖਦਾ ਵੀ ਮੈਂ ਫੀਸ ਵੀ ਕੱਢਣੀ ਆ, ਮੈਂ ਆਹ ਵੀ ਕਰਨਾ ਹਨਾ, ਬੰਦਾ ਫਿਰ ਉਧਰੋਂ ਫੇਲ ਹੋ ਜਾਵੇ, ਕਿਤੇ ਉਹਦੀ ਮਿਹਨਤ ਬੇਕਾਰ ਗਈ, ਟੁੱਟਦਾ ਉਹ ਵਿਚਾਰਾ ਪਹਿਲਾਂ ਹੀ ਆਲਰੇਡੀ ਟੁੱਟਿਆ ਹੋਇਆ ਕਿੰਨਾ, ਜਦੋਂ ਕੰਮ ਤੇ ਹੀ ਰਹਿਣਾ ਬੰਦੇ ਨੇ, ਕਹਿੰਦਾ ਜੀ ਕਾਲਾ ਬਲਦੀ ਕਹਿੰਦੇ ਆਪਾਂ ਵੀ ਦੱਬੀ ਚੱਲ ਕੰਮ ਬਸ ਵੀ ਪੈਸੇ ਲੈ ਚੱਲ ਵੀ ਹੋਰ ਤੇਰਾ ਕੰਮ ਕੋਈ ਨਹੀਂ, ਜੀ। ਘਰੇ ਆ ਗਿਆ ਬਾਹਰ ਹੀ ਰੋਟੀ ਫੜਾ ਦੋ ਵੀ ਜਾ ਦੁਬਾਰੇ ਚਲੇ ਜਾ, ਹੈਨਾ ਸਹੀ ਜੀ। ਹੈ। ਉਹ ਚੀਜ਼ਾਂ ਹਾਂ ਚਾਹੀਦਾ ਜੀ ਬੰਦੇ ਨੂੰ, ਹਨਾ ਇਫੈਕਟ ਤਾਂ ਕਰਦੀਆਂ ਨੇ, ਬੰਦੇ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਕਿੰਨੀ, ਰਿਸ਼ਤੇ ਖਰਾਬ ਹੁੰਦੇ ਨੇ। ਹੋਇਆ ਜੀ, ਹੁਣ ਨਾਮ ਤਾਂ ਨਹੀਂ ਲੈ ਸਕਦੇ, ਪਰ ਮੈਂ ਤਾਂ ਦੇਖਿਆ, ਮੈਂ ਤਾਂ ਅੱਖੀਂ ਦੇਖਿਆ, ਮੈਨੂੰ ਪਤਾ ਸਾਰਿਆਂ ਨੇ ਦੇਖਿਆ ਹੋਣਾ, ਸਾਰਿਆਂ ਦੇ ਹੁੰਦੇ ਨੇ ਜੀ ਆਪਣੇ ਆਲੇ ਦੁਆਲੇ ਹੀ ਪਹਿਲਾਂ ਜੀ ਡਿਪਰੈਸ਼ਨ ਸੁਣਿਆ ਹੀ ਨਹੀਂ ਸੀ ਜੀ, ਥੋੜ੍ਹਾ ਮੂੰਹ ਨਾਲ। ਹੁਣ ਡਿਪਰੈਸ਼ਨ ਬਹੁਤ ਹੋ ਗਿਆ ਜੀ ਲੋਕਾਂ ਦੇ ਵਿੱਚ ਇਹਨਾਂ ਚੀਜ਼ਾਂ ਕਰਕੇ ਜੀ। ਨਾ ਤਾਂ ਬੰਦਾ ਆਪਣੇ ਘਰ ਵਾਲਿਆਂ ਨਾਲ ਇਹ ਗੱਲ ਕਰ ਸਕਦਾ ਵੀ ਮੈਂ ਪੈਸੇ ਲਾ ਕੇ ਸਹੀ ਆਇਆ ਗੱਲ ਹੈ। ਇਦਾਂ ਕੁਝ ਵੀ ਆ, ਤਾਂ ਬੰਦਾ ਹੁਣ ਇਕੱਲਾ ਹੀ ਸਫਰ ਕਰਦਾ ਜੀ। ਹੁਣ ਮਤਲਬ ਜਿਹੜਾ ਵੀ ਬੰਦਾ ਉਹ ਕਰ ਰਿਹਾ, ਉਹ ਚਾਹੇ ਫੀਮੇਲ ਆ ਮੇਲ ਆ ਜੋ ਵੀ ਆ, ਤਾਂ ਪ੍ਰੈਸ਼ਰ ਤਾਂ ਬਹੁਤ ਹੈ ਜੀ ਇਸ ਚੀਜ਼ ਦਾ। ਹੈਗਾ ਸਾਰਿਆਂ ਤੇ ਇਕੁਅਲੀ ਹੈ, ਕੋਈ ਇਕੱਲਾ ਮੁੰਡੇ ਜਾਂ ਇਕੱਲੀ ਕੁੜੀ ਤੇ ਨਹੀਂ ਹੈਗਾ। ਇਹ ਨਹੀਂ ਹੈਗਾ ਵੀ ਸਾਰੀਆਂ ਕੁੜੀਆਂ ਕਰਦੀਆਂ ਨੇ, ਮੁੰਡੇ ਵੀ ਬਹੁਤ ਕਰਦੇ ਨੇ, ਲੈ ਆਉਂਦੇ ਨੇ, ਉਹ ਵੀ ਕਹਿੰਦੇ ਨੇ ਵੀ ਅਸੀਂ ਮੈਂ ਤੈਨੂੰ ਪੈਸੇ ਲਾ ਕੇ ਲੈ ਕੇ ਆਇਆ, ਮੈਂ ਪੈਸੇ ਲਾਏ ਨੇ, ਜੇ ਤੂੰ ਇੰਨੇ ਜੋਗੀ ਸੀ ਫਿਰ ਪੈਸੇ ਲਾ ਆਪ ਆ ਜਾਂਦੀ, ਠੀਕ ਹੈ ਜੀ। ਹੁੰਦਾ ਉਹ ਮਿਊਚੁਅਲ ਡਿਸੀਜਨ ਹੈ, ਮੁੰਡੇ ਵਾਲਿਆਂ ਦਾ ਵੀ ਕੁੜੀ ਵਾਲਾ ਵੀ ਕੁੜੀ ਵਾਲਿਆਂ ਦਾ ਵੀ। ਹੈਗਾ ਮਿਊਚੁਅਲ ਆ, ਦੋ ਫੈਮਲੀਆਂ ਮਿਲ ਕੇ ਕਰਦੀਆਂ ਨੇ, ਨੋ ਡਾਊਟ ਵੀ ਹੈ ਨਾ, ਰੀਤੀ ਰਿਵਾਜਾਂ ਨਾਲ ਵਿਆਹ ਵੀ ਹੁੰਦੇ ਨੇ, ਕਈਆਂ ਦੇ ਰਿਸੈਪਸ਼ਨਾਂ ਵੱਡੀਆਂ ਰਿਸੈਪਸ਼ਨਾਂ ਵੀ ਹੁੰਦੀਆਂ ਨੇ, ਸਾਰਾ ਕੁਝ ਹੁੰਦਾ। ਉਹਨਾਂ ਦਾ ਵੀ ਆ ਕੇ ਉਰੇ ਇਹੀ ਚੀਜ਼ ਤੇ ਰੌਲਾ ਪੈਂਦਾ, ਜਾਂ ਮੁੰਡਾ ਇਹ ਗੱਲ ਕਹਿੰਦਾ ਵੀ ਮੈਂ ਤਾਂ ਤੈਨੂੰ ਇੰਨੇ ਪੈਸੇ ਲਾ ਕੇ ਲੈ ਕੇ ਆਇਆ, ਫਿਰ ਕੀ ਸੀ ਜਦੋਂ ਕਲਿੱਕ 10,000 20,000 ਭਰ ਕੇ ਆਇਲਟਸ ਕਰ ਲਈ, ਤੇਰੇ ਮਾਂ ਬਾਪ ਨੇ ਕਰਾ ਤੀ, ਪੈਸੇ ਤਾਂ ਅਸੀਂ ਲਾਏ ਨੇ। ਜਾਂ ਕੁੜੀ ਕਹਿੰਦੀ ਆ ਫਿਰ ਜੇ ਤੂੰ ਇੰਨੇ ਜੋਗਾ ਸੀ ਫਿਰ ਆਇਲਟਸ ਕਰ ਲੈਂਦਾ ਹੈ ਮੇਰੇ, ਹੈ ਨਾ ਜੀ, ਉੱਥੇ ਹੀ ਫਰਕ ਆ ਜਾਂਦਾ। ਫਰਕ ਉੱਥੇ ਉਹ ਰਿਸ਼ਤਾ ਬਣਦਾ ਹੀ ਨਹੀਂ ਜਦੋਂ ਹੁਣ ਇਹ ਚੀਜ਼ਾਂ ਦੇ ਮਿਹਣੇ ਹੋ ਜਾਂਦੇ ਨੇ, ਡੀਪ ਮਿਹਣੇ ਨੇ ਬਹੁਤ ਜ਼ਿਆਦਾ, ਹੈ ਨਾ ਜੀ, ਟੌਂਟ ਨੇ ਇਹ ਬੰਦੇ ਨੂੰ, ਤੁਸੀਂ ਇਮੋਸ਼ਨਲੀ ਡੈਮੇਜ ਕਰਦੇ ਹੋ ਵੀ ਓਕੇ ਵੀ ਤੇਰੇ ਬੱਲੇ ਦਾ ਕੁਝ ਵੀ ਨਹੀਂ ਸੀ, ਤੈਨੂੰ ਮੈਂ ਲੈ ਆਇਆ, ਠੀਕ ਹੈ ਜੀ। ਤਾਂ ਗਰੇ ਰੱਖੋ, ਮੈਂ ਤਾਂ ਇਹੀ ਕਹਿਣਾ ਵੀ ਇਹ ਚੀਜ਼ਾਂ ਨਾ ਹੀ ਪਾਓ, ਬੰਦਾ ਪਹਿਲਾਂ ਵਧੀਆ ਰਿਸ਼ਤਾ ਬਣਾਓ, ਫਿਰ ਕਿਤੇ ਇੱਧਰ ਆਉਂਦਾ ਜੇ ਆਉਣਾ ਹੈ ਨਾ, ਫਿਰ ਬਾਅਦ ਚੋਂ ਸੋਚ ਲਓ। ਪਰ ਇਹ ਚੀਜ਼ ਨੂੰ ਲੈ ਕੇ ਰਿਸ਼ਤਾ ਨਾ ਬਣਾਓ ਕਿ ਹਾਂ ਜੇ ਬਾਹਰ ਜਾਣਾ ਤਾਂ ਰਿਸ਼ਤਾ ਜੋੜ ਰਿਹਾ, ਪਹਿਲਾਂ ਰਿਸ਼ਤਾ ਜੋੜੋ ਮੇਰੇ ਮੁਤਾਬਕ, ਫਿਰ ਬਾਹਰ ਆ ਜਾਓ, ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਇਹ ਬਹੁਤ ਫਰਕ ਪੈਂਦਾ ਜੀ ਇਹਨਾਂ ਚੀਜ਼ਾਂ ਦਾ। ਇਹ ਗੱਲਾਂ ਆਪਾਂ ਕਹਿ ਦਿੰਨੇ ਆ ਕਿਸੇ ਨੂੰ, ਜਿੱਦਾਂ ਕਹਿ ਦਿੰਦੇ, ਪਰ ਡਿਸੀਜਨ ਤਾਂ ਮਿਊਚੁਅਲ ਹੁੰਦਾ, ਪਰ ਜਦੋਂ ਇੱਕ ਵਾਰੀ ਬੋਲ ਦਿੰਦੇ ਬਾਅਦ ਚੋਂ ਗੱਲ ਨਹੀਂ ਬਣਦੀ, ਚਾਹੇ ਦੁਬਾਰਾ ਜੋ ਮਰਜ਼ੀ ਸਹੀ ਗੱਲ ਹੋਵੇ, ਹੈ। ਜੋ ਇੱਕ ਵਾਰੀ ਕਹਿ ਦਿੱਤਾ ਫਿਰ ਉਹ ਗੱਲ ਉਹੀ ਮੇਨ ਵਾਲਾ ਹਿਸਾਬ ਹੋ ਜਾਂਦਾ ਨਾ। ਜੀ। ਪਰ ਇਹੀ ਇਹਨਾਂ ਚੀਜ਼ਾਂ 'ਤੇ ਥੋੜਾ ਧਿਆਨ ਦੇਣਾ, ਕਿਤੇ ਨਾ ਕਿਤੇ ਗੱਲ ਵੀਰ ਜੀ ਕਿਤੇ ਨਾ ਰਹਿੰਦੀ ਹੈ, ਕਿਤੇ ਗੱਲ ਰਹਿੰਦੀ ਜਿਵੇਂ ਬੰਦੇ ਦੇ ਕੋਈ ਐਵੇਂ ਦੀ ਦਿਮਾਗ 'ਚ। ਗੱਲ ਬੋਲਤੀ ਅੱਜ ਨਹੀਂ ਤਾਂ ਕੱਲ ਨੂੰ ਤੁਹਾਡੇ ਦੁਬਾਰਾ ਮਾਈਂਡ 'ਚ ਉਹਨੇ ਸਟ੍ਰਾਈਕ ਕਰਨੀ ਹੈ ਵੀ ਹਾਂਜੀ। ਯਾਰ ਇਹਨੇ ਮੈਨੂੰ ਇਦਾਂ ਕਹਿਤਾ ਸੀ, ਇਹਨੇ ਦਿਲੋਂ ਕਿਹਾ ਹੋਣਾ ਮੈਨੂੰ। ਹਾਂਜੀ, ਸੋ ਦੋਸਤੋ ਅਸੀਂ ਕੋਸ਼ਿਸ਼ ਕੀਤੀ ਸੀ ਆਮ ਜਿਹੀਆਂ ਗੱਲਾਂ ਕਰਨ ਦੀ, ਜੋ ਇੱਥੇ ਮਾਹੌਲ ਚੱਲ ਰਿਹਾ ਹੈ ਸਾਡੀ ਕਮਿਊਨਿਟੀ, ਸਾਡੇ ਭਾਈਚਾਰੇ ਦੇ ਵਿੱਚ, ਉਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਇਹਦੇ ਮਤਲਬ ਸਾਡੇ ਆਪਣੇ ਪੁਆਇੰਟ ਆਫ View ਹੋ ਸਕਦੇ ਨੇ। ਜੇ ਤੁਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹੋ ਇਸ ਚੀਜ਼ ਦੇ ਵਿੱਚ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਤੇ ਬਾਈ ਹੁਣਾਂ ਦਾ ਧੰਨਵਾਦ। ਜੇ ਤੁਸੀਂ ਲਾਸਟ 'ਚ ਕੋਈ ਗੱਲ ਥੈਂਕ ਯੂ ਵੀਰ ਜੀ, ਬਸ ਅਸੀਂ ਰਿਕੁਐਸਟ ਹੀ ਕਰਦੇ ਹਾਂ ਵੀ ਇਹ ਗੱਲਾਂ ਨੂੰ ਗੱਲਾਂ ਦੇ ਤੌਰ ਤੇ ਲਿਆ ਜਾਵੇ,
ਜੀ। ਤੁਸੀਂ ਸਾਨੂੰ ਪੁੱਛਿਆ ਸੀ ਉਹ ਦੱਸਿਆ ਜੋ ਅਸੀਂ ਦੇਖਿਆ ਜਾਂ ਸੁਣਿਆ ਜਾਂ ਆਲੇ ਦੁਆਲੇ ਅਸੀਂ ਦੇਖਦੇ ਹਾਂ ਜਿਹੜਾ ਕਿ ਨਾਰਮਲ ਹੈ। ਨਾਰਮਲ ਲਾਈਫ ਵੀ 'ਚ ਆਪਾਂ ਹੈਗਾ। ਕਿਸੇ ਨੂੰ ਟਾਰਗੇਟ ਕਰਕੇ ਜਾਂ ਕਿਸੇ ਨੂੰ ਗੱਲ ਲਾ ਕੇ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਫਿਰ ਵੀ ਜੇ ਲੱਗਿਆ ਹੋਵੇ ਤਾਂ ਉਹਦੀ ਪਹਿਲਾਂ ਹੀ ਮਾਫੀ ਮੰਗ ਲਈ। ਜੀ। ਠੀਕ ਹੈ ਜੀ, ਕੋਈ ਦਰੁਸਤ ਗੱਲ ਕਰਨੀ ਚਾਹੇ ਉਹਨੂੰ ਮੋਸਟ ਵੈਲਕਮ ਹੈ। ਜੀ ਜੀ ਹੈ ਨਾ ਜੀ, ਵੀ ਜਾਂ ਕੋਈ ਪੁਆਇੰਟ ਆਫ View ਦੱਸਣਾ ਚਾਹੇ ਵੀ ਤੁਹਾਡੇ ਤੋਂ ਆ ਚੀਜ਼ ਮਿਸ ਹੋਈ ਹੋਈ ਹੈ ਵੀ ਅਸੀਂ ਤਾਂ ਆ ਵੀ ਦੇਖਿਆ, ਜੀ ਜੀ ਉਹ ਚੀਜ਼ ਐਡ ਆਨ ਹੋ ਸਕਦੀ ਹੈ ਵੀ, ਪਰ ਇਹ ਕੋਈ ਸਾਡੇ ਤਰਕ ਨਹੀਂ ਹੈਗੇ ਇਹ ਜੀ, ਜੀ। ਵੀ ਮੈਂ ਕਹਾਂ ਵੀ ਆਪਾਂ ਇਹ ਤਰਕ ਦੀ ਗੱਲ ਕੀਤੀ ਹੈ ਇਦਾਂ ਹੀ ਹੁੰਦੀ ਹੈ ਜਾਂ ਐਵੇਂ ਹੋ ਰਹੀ ਹੈ। ਅਸੀਂ ਉਹ ਦੱਸਿਆ ਵੀ ਜੋ ਹੋ ਰਿਹਾ ਹੈ, ਜੀ ਜੀ ਸ਼ੋਰ ਨਹੀਂ ਕਿ ਹਾਂ ਵੀ ਤੁਸੀਂ ਹਰ ਬੰਦੇ ਨਾਲ ਹੋਵੇ, ਜੀ। ਜੋ ਅਸੀਂ ਦੇਖਿਆ। ਸਾਡੀ ਕੋਸ਼ਿਸ਼ ਵੀ ਇਹੀ ਆ ਬੇਸਿਕਲੀ ਪੰਜਾਬੀ ਕੈਂਗਰੂ ਸ਼ੁਰੂ ਕਰਨ ਤੇ ਵੀ ਜੋ ਇੱਥੇ ਆਮ ਹੋ ਰਿਹਾ ਹਾਂਜੀ, ਹਾਂ। ਜੋ ਮਤਲਬ ਇੱਥੇ ਆ ਕੇ ਆਪਾਂ ਬੇਸਿਕਲੀ ਸਾਰੇ ਮਾਈਗ੍ਰੇਟ ਹੋਏ ਆ। ਹਾਂਜੀ। ਆਪਣੀ ਹਰੇਕ ਬੰਦੇ ਦੀ ਆਪਣੀ ਇੱਕ ਸਟਰਗਲ ਹੈ। ਹਾਂਜੀ। ਹਰੇਕ ਬੰਦਾ ਆਪਣੇ ਇੱਕ ਪ੍ਰੋਸੈਸ ਚੋਂ ਨਿਕਲ ਕੇ ਐਸਟੈਬਲਿਸ਼ ਹੋਇਆ ਵੀ ਜੇ ਸਾਡੀ ਆਮ ਗੱਲਾਂ ਬਾਤਾਂ ਚੋਂ ਜੇ ਕਿਸੇ ਨੂੰ ਕੋਈ ਚੀਜ਼ ਸਿੱਖਣ ਨੂੰ ਮਿਲਦੀ ਆ ਤੇ ਵਾਈ ਨਾਟ ਆਪਾਂ Why ਕਰੀਏ, not, ਹਾਂਜੀ। ਕਿਉਂਕਿ ਹਰੇਕ ਬੰਦੇ ਦੀ ਮੈਂਟੈਲਿਟੀ ਅਲੱਗ ਆ। ਇੱਕ ਪੰਜਾਬੀ ਗੈਂਗ ਇੱਕ ਪਲੇਟਫਾਰਮ ਆ ਹਾਂਜੀ। ਵੀ ਜੇ ਕੋਈ ਆਪਣਾ ਪੱਖ ਰੱਖਣਾ ਚਾਹੁੰਦਾ ਬੇਸ਼ੱਕ ਸਾਨੂੰ ਕੰਟੈਕਟ ਕਰ ਸਕਦਾ। ਤੇ ਹਾਂਜੀ, ਮੋਸਟ ਵੈਲਕਮ ਹੈ ਨਾ ਤੁਹਾਡੇ ਥਰੂ, ਤੁਹਾਡੇ ਚੈਨਲ ਥਰੂ ਜੋ ਵੀ ਹੋਊਗਾ ਉਹਦੇ ਲਈ ਕੋਈ ਜੀ। ਸੋ ਬਾਈ ਹੁਣਾਂ ਦਾ ਸਾਰਿਆਂ ਦਾ ਧੰਨਵਾਦ, ਤੁਸੀਂ ਟਾਈਮ Thank you ਕੱਢਿਆ ਜੀ, thank you ਜੀ। so ਬਾਕੀ much। ਜੇ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਤੁਸੀਂ ਕਮੈਂਟ ਕਰ ਸਕਦੇ ਹੋ, ਤੁਸੀਂ ਲਾਈਕ ਕਰ ਸਕਦੇ ਹੋ, ਤੁਸੀਂ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਸਕਦੇ ਹੋ। ਨਵਾਂ ਐਪੀਸੋਡ ਲੈ ਕੇ ਆਵਾਂਗੇ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ ਸਰ।